ਹੈਲੋ एवरीवन। ਕੱਲ੍ਹ ਅਸੀਂ ਫਸਟ ਲੈਕਚਰ ਕੀਤਾ ਸੀ ਮਕੈਨਿਕਸ ਦਾ, ਅਤੇ ਅਸੀਂ ਮਕੈਨਿਕਸ ਦੇ ਫਸਟ ਲੈਕਚਰ ਵਿੱਚ ਫਾਈਂਡ ਆਊਟ ਕੀਤਾ ਸੀਗਾ ਪੋਜੀਸ਼ਨ ਵੈਕਟਰ, ਵੈਲੋਸਿਟੀ ਵੈਕਟਰ, ਐਸਲਰੇਸ਼ਨ ਵੈਕਟਰ। ਪੋਜੀਸ਼ਨ ਵੈਕਟਰ ਜੋ ਕਿ ਆਰ ਵੈਕਟਰ ਹੈ ਸਾਡੇ ਕੋਲ, ਉਹ ਬਰਾਬਰ ਹੈ ਐਕਸ ਆਈ ਕੈਪ ਪਲਸ ਵਾਈ ਜੇ ਕੈਪ ਪਲਸ ਜ਼ੈਡ ਕੇ ਕੈਪ ਦੇ। ਵੈਲੋਸਿਟੀ ਵੈਕਟਰ ਅਸੀਂ ਫਾਈਂਡ ਆਊਟ ਕੀਤਾ ਸੀ ਜੋ ਬਰਾਬਰ ਹੈ ਵੀ ਐਕਸ ਆਈ ਕੈਪ ਪਲਸ ਵੀ ਵਾਈ ਜੇ ਕੈਪ ਵੀ ਜ਼ੈਡ ਕੇ ਕੈਪ। ਅਸੀਂ ਇਸ ਨੂੰ ਕਿਹਾ ਸੀ ਕਿ ਐਕਸ ਕੰਪੋਨੈਂਟ ਆਫ ਵੈਲੋਸਿਟੀ, ਵਾਈ ਕੰਪੋਨੈਂਟ ਆਫ ਵੈਲੋਸਿਟੀ, ਜ਼ੈਡ ਕੰਪੋਨੈਂਟ ਆਫ ਵੈਲੋਸਿਟੀ, ਜਿਸ ਨੂੰ ਅਸੀਂ ਐਕਸ ਡਾਟ ਆਈ ਕੈਪ, ਵਾਈ ਡਾਟ ਜੇ ਕੈਪ ਤੇ ਜ਼ੈਡ ਡਾਟ ਕੇ ਕੈਪ ਦੇ ਨਾਲ ਵੀ ਰਿਪਰੈਜ਼ੈਂਟ ਕੀਤਾ ਸੀ। ਐਕਸ ਡਾਟ ਸਾਡੇ ਕੋਲ ਹੈ ਡੀ ਐਕਸ ਅਪੋਨ ਡੀ ਟੀ ਦੇ ਬਰਾਬਰ, ਜਿਸ ਨੂੰ ਅਸੀਂ ਵੀ ਐਕਸ ਵੀ ਲਿਖ ਲੈਂਦੇ ਹਾਂ। ਵਾਈ ਡਾਟ ਸਾਡੇ ਕੋਲ ਬਰਾਬਰ ਹੈ ਡੀ ਵਾਈ ਬਾਈ ਡੀ ਟੀ ਦੇ, ਜਿਸ ਨੂੰ ਅਸੀਂ ਵੀ ਵਾਈ ਮਤਲਬ ਵਾਈ ਕੰਪੋਨੈਂਟ ਆਫ ਵੈਲੋਸਿਟੀ ਦੇ ਕੋਲ ਵੀ ਲਿਖ ਲੈਂਦੇ ਹਾਂ। ਜ਼ੈਡ ਡਾਟ ਸਾਡੇ ਕੋਲ ਹੈ ਡੀ ਜ਼ੈਡ ਅਪੋਨ ਡੀ ਟੀ ਦੇ ਬਰਾਬਰ, ਜਿਸ ਨੂੰ ਅਸੀਂ ਜ਼ੈਡ ਕੰਪੋਨੈਂਟ ਆਫ ਵੈਲੋਸਿਟੀ ਦੇ ਕੋਲ ਲਿਖਿਆ ਸੀਗਾ। ਤੇ ਐਸਲਰੇਸ਼ਨ ਅਸੀਂ ਫਾਈਂਡ ਆਊਟ ਕੀਤੀ ਸੀਗੀ ਐਕਸ ਡਬਲ ਡਾਟ ਆਈ ਕੈਪ ਪਲਸ ਵਾਈ ਡਬਲ ਡਾਟ ਜੇ ਕੈਪ ਪਲਸ ਜ਼ੈਡ ਡਬਲ ਡਾਟ ਕੇ ਕੈਪ ਦੇ ਕੋਲ। ਇਹ ਅਸੀਂ ਕਾਰਟੀਜ਼ਨ ਕੋਆਰਡੀਨੇਟ ਦੇ ਵਿੱਚ ਪੜ੍ਹ ਰਹੇ ਸੀਗੇ। ਅਗਰ ਮੈਗਨੀਟਿਊਡ ਦੀ ਗੱਲ ਕਰੀਏ ਇਹਨਾਂ ਤਿੰਨੇ ਟਰਮਸ ਦੀ, ਤਾਂ ਮੈਗਨੀਟਿਊਡ ਸਾਡਾ ਹੈ, ਸਭ ਤੋਂ ਪਹਿਲਾਂ ਅਸੀਂ ਅਗਰ ਗੱਲ ਕਰੀਏ ਪੋਜੀਸ਼ਨ ਵੈਕਟਰ ਦੇ ਮੈਗਨੀਟਿਊਡ ਦੀ, ਤਾਂ ਉਹ ਬਰਾਬਰ ਹੋਏਗਾ ਜੋ ਸਾਡੇ ਕੋਲ ਐਕਸ ਹੈ ਉਹਦਾ ਸਕੇਅਰ, ਜੋ ਆਈ ਕੈਪ ਦੇ ਨਾਲ ਸਾਡੇ ਕੋਲ ਟਰਮ ਲੱਗੀ ਹੋਈ ਹੈ ਉਹਦਾ ਸਕੇਅਰ, ਜੋ ਜੇ ਕੈਪ ਦੇ ਨਾਲ ਟਰਮ ਲੱਗੀ ਹੈ ਉਹਦਾ ਸਕੇਅਰ, ਤੇ ਜੋ ਜ਼ੈਡ ਟਰਮ ਦੇ ਨਾਲ ਕੇ ਕੈਪ ਦੇ ਨਾਲ ਟਰਮ ਲੱਗੀ ਹੈ ਉਹਦਾ ਸਕੇਅਰ। ਤਾਂ ਆਪਣੇ ਕੋਲ ਆ ਜੋ ਐਕਸ ਸਕੇਅਰ ਪਲਸ ਵਾਈ ਸਕੇਅਰ ਪਲਸ ਜ਼ੈਡ ਸਕੇਅਰ, ਇਹ ਆਲਰੇਡੀ ਤੁਹਾਨੂੰ ਪਤਾ ਹੈ, ਜੇ ਕੱਢਣਾ ਤੁਹਾਨੂੰ ਆਉਂਦਾ ਹੈ ਮੋਡੂਲਸ। ਤਾਂ ਵੈਲੋਸਿਟੀ ਸਾਡੇ ਕੋਲ ਕਿਸ ਦੇ ਬਰਾਬਰ ਆ ਜਾਏਗੀ, ਉਹ ਵੀ ਸਿਮਿਲਰਲੀ ਸਾਡੇ ਕੋਲ ਆ ਜਾਏਗੀ ਐਕਸ ਡਾਟ ਸਕੇਅਰ ਪਲਸ ਵਾਈ ਡਾਟ ਸਕੇਅਰ ਪਲਸ ਜ਼ੈਡ ਡਾਟ ਸਕੇਅਰ ਦੇ ਬਰਾਬਰ। ਤੇ ਐਸਲਰੇਸ਼ਨ ਦਾ ਜੋ ਮੈਗਨੀਟਿਊਡ ਹੈ ਉਹ ਆਪਣੇ ਕੋਲ ਆ ਜਾਵੇਗਾ ਸਕੇਅਰ ਰੂਟ ਆਫ ਐਕਸ ਡਬਲ ਡਾਟ ਸਕੇਅਰ ਪਲਸ ਵਾਈ ਡਬਲ ਡਾਟ ਸਕੇਅਰ ਪਲਸ ਜ਼ੈਡ ਡਬਲ ਡਾਟ ਸਕੇਅਰ ਦੇ ਇਕੁਅਲ। ਇਹ ਸੀ ਸਾਡੇ ਕੋਲ ਕਾਰਟੀਜ਼ਨ ਕੋਆਰਡੀਨੇਟ ਸਿਸਟਮ ਦੇ ਵਿੱਚ। ਇਹ ਆਪਾਂ ਕੀਤਾ ਉਹਨਾਂ ਨੂੰ ਕਿਸ ਤਰ੍ਹਾਂ ਪੋਜੀਸ਼ਨ ਦੇ ਅਕੋਰਡਿੰਗ ਕੀਤਾ, ਕਿ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਡਾਇਰੈਕਸ਼ਨ ਆ ਉਹਦੇ ਅਕੋਰਡਿੰਗ ਅਸੀਂ ਪੋਜੀਸ਼ਨ ਵੈਕਟਰ, ਵੈਲੋਸਿਟੀ ਵੈਕਟਰ ਤੇ ਐਸਲਰੇਸ਼ਨ ਵੈਕਟਰ ਨੂੰ ਰਿਪਰੈਜ਼ੈਂਟ ਕੀਤਾ। ਇਹ ਅਸੀਂ ਉਹਨਾਂ ਦੇ ਮੈਗਨੀਟਿਊਡ, ਪੋਜੀਸ਼ਨ ਦੇ, ਐਸਲਰੇਸ਼ਨ ਦੇ ਤੇ ਵੈਲੋਸਿਟੀ ਦੇ ਮੈਗਨੀਟਿਊਡ ਨੂੰ ਵੀ ਰਿਪਰੈਜ਼ੈਂਟ ਕੀਤਾ। ਕੁਐਸਚਨ ਦੇ ਵਿੱਚ ਤੁਹਾਨੂੰ ਇਹਨਾਂ ਸਭ ਦੀ ਯੂਜ਼ ਹੋ ਸਕਦੀ ਹੈ। ਇਹ ਟਰਮਸ ਅਸੀਂ ਕਿਉਂ ਪੜ੍ਹ ਰਹੇ ਹਾਂ, ਕਿਉਂ ਸਾਨੂੰ ਜਿਹੜਾ ਹੈ ਟਰਮਸ ਨੂੰ ਪੜ੍ਹਨ ਦੀ ਜ਼ਰੂਰਤ ਪਈ। ਜੋ ਮੇਰਾ ਏਮ ਹੈ, ਉਹ ਮੇਰਾ ਏਮ ਇਹੀ ਹੈ ਕਿ ਤੁਹਾਨੂੰ ਜਿਹੜਾ ਹੈ ਉਹ ਬੇਸਿਕ ਟਰਮਸ ਬਾਰੇ ਪਹਿਲਾਂ ਥੋੜ੍ਹਾ ਬਹੁਤ ਪਤਾ ਹੋਣਾ ਚਾਹੀਦਾ ਹੈ। ਇਹ ਗੱਲ ਸਹੀ ਹੈ ਕਿ ਸਾਨੂੰ ਐਗਜ਼ਾਮ ਦੇ ਵਿੱਚ ਜਿਹੜਾ ਹੈ ਹੋ ਸਕਦਾ ਹੈ ਇਹ ਟਰਮਸ ਨਾਲ ਜਿਹੜਾ ਬੈਨੀਫਿਟ ਨਾ ਹੋਵੇ, ਲੇਕਿਨ ਜਿਹੜੇ ਸਾਡੇ ਟੌਪਿਕਸ ਨੇ, ਜੋ ਅੱਗੇ ਅਸੀਂ ਟੌਪਿਕਸ ਕਰਨੇ ਨੇ, ਜਿਨ੍ਹਾਂ ਨਾਲ ਰਿਲੇਟਡ ਮੈਂ ਤੁਹਾਨੂੰ ਐਮਸੀਕਿਊਜ਼ ਦਊਂਗਾ, ਨੂਮੈਰੀਕਲਸ ਦਊਂਗਾ, ਉਹਨਾਂ ਦੀ ਨੌਲੇਜ, ਉਹ ਜੋ ਅਸੀਂ ਟੌਪਿਕਸ ਕਰਨੇ ਨੇ, ਉਹ ਟੌਪਿਕਸ ਦਾ ਬੇਸ ਹੈ ਇਹ ਸਾਡੇ ਕੋਲ ਕਾਰਟੀਜ਼ਨ ਕੋਆਰਡੀਨੇਟ ਸਿਸਟਮ ਕਹਿ ਲਓ, ਜਾਂ ਫਿਰ ਆਪਣੇ ਪੋਲਰ ਕੋਆਰਡੀਨੇਟ ਸਿਸਟਮ, ਜੋ ਕਿ ਆਪਣੇ ਕੋਲ ਪਲੇਨ ਤੇ ਸਫੈਰੀਕਲ ਪੋਲਰ ਕੋਆਰਡੀਨੇਟ ਸਿਸਟਮ ਨੇ। ਤਾਂ ਇਹਨਾਂ ਟਰਮਸ ਬਾਰੇ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਵਨ ਟਾਈਮ ਦੱਸਣ ਵਾਲੇ ਟਰਮਸ ਨੇ, ਇਹਨਾਂ ਨੂੰ ਦੁਬਾਰਾ ਰਿਪੀਟ ਜਿਹੜਾ ਇਹਨਾਂ ਉੱਤੇ ਵੀਡੀਓ ਤਾਂ ਬਣ ਨਹੀਂ ਸਕਦੀ। ਤਾਂ ਮੈਂ ਇਹੀ ਡਿਸੀਜਨ ਲਿੱਤਾ ਕਿ ਜਿਹੜੀਆਂ ਪਹਿਲੀਆਂ 3 ਵੀਡੀਓਜ਼ ਹੋਣਗੀਆਂ, ਪਹਿਲੇ 3 ਲੈਕਚਰਸ ਹੋਣਗੇ, ਉਹ ਬਿਲਕੁਲ ਹੀ ਬੇਸਿਕ ਟਰਮਸ ਨੂੰ ਟੱਚ ਕਰਾਂਗੇ। ਕੁਝ ਡੈਰੀਵੇਸ਼ਨਸ ਨੇ ਜਿਨ੍ਹਾਂ ਨੂੰ ਮੈਂ ਜਿਹੜਾ ਹੈ ਉਹ ਡਿਰਾਈਵ ਨਹੀਂ ਕਰੂੰਗਾ, ਸ਼ਾਰਟਕਟ ਹੀ ਦੱਸ ਦੂੰਗਾ, ਕਿਉਂਕਿ ਉਹ ਸਾਡੇ ਲਈ ਇੰਪੋਰਟੈਂਟ ਨਹੀਂ ਹੈਗੀਆਂ ਗਿਆ। ਪਰ ਕੁਝ ਡੈਰੀਵੇਸ਼ਨਸ ਜਿਹੜੀਆਂ ਕਿ ਤੁਸੀਂ ਈਜ਼ਲੀ ਯਾਦ ਰੱਖ ਸਕੋ ਅਤੇ ਤੁਹਾਨੂੰ ਜਿਹੜਾ ਰਿਜ਼ਲਟ ਯਾਦ ਰੱਖਣ ਦੇ ਵਿੱਚ ਜਿਹੜੀ ਹੈ ਹੈਲਪ ਕਰਨਗੀਆਂ, ਜਾਂ ਫਿਰ ਸਾਡੇ ਲਈ ਇੰਪੋਰਟੈਂਟ ਹੈ ਡੈਰੀਵੇਸ਼ਨ ਕਰਨੀ, ਤਾਂ ਫਿਰ ਮੈਂ ਉਹ ਡੈਰੀਵੇਸ਼ਨ ਕਰਵਾਵਾਂਗਾ। ਲੇਕਿਨ ਅਨਸੈਸਰੀ ਕੋਈ ਵੀ ਡੈਰੀਵੇਸ਼ਨ ਅਸੀਂ ਨਹੀਂ ਕਰਾਂਗੇ। ਤਾਂ ਸਾਡੇ ਕੋਲ ਇਹ ਸੀਗਾ ਕਾਰਟੀਜ਼ਨ ਕੋਆਰਡੀਨੇਟ ਸਿਸਟਮ, ਅਸੀਂ ਜੋ ਕਿ ਕੱਲ੍ਹ ਪੜ੍ਹਿਆ। ਅਗਰ ਅੱਜ ਦੇ ਟੌਪਿਕ ਦੀ ਗੱਲ ਕਰੀਏ ਤਾਂ ਅਸੀਂ ਅੱਜ ਕਰਨਾ ਹੈ ਪੋਲਰ ਕੋਆਰਡੀਨੇਟ ਸਿਸਟਮ। ਪੋਲਰ ਕੋਆਰਡੀਨੇਟ ਸਿਸਟਮ ਦੇ ਵਿੱਚ ਰਾਜੇ ਸਾਡੇ ਕੋਲ ਪੋਲਰ ਕੋਆਰਡੀਨੇਟ ਸਿਸਟਮ ਦੀ ਅਗਰ ਗੱਲ ਕਰਾਂ, ਪੋਲਰ ਕੋਆਰਡੀਨੇਟ ਸਿਸਟਮ ਦੀ ਗੱਲ ਕਰਾਂ, ਤਾਂ ਸਾਡੇ ਕੋਲ 2 ਡਾਇਮੈਂਸ਼ਨ ਅਤੇ 3 ਡਾਇਮੈਂਸ਼ਨ ਦੀ ਕੰਸੈਪਟ ਦੀ ਗੱਲ ਆਉਂਦੀ ਹੈ। ਅਗਰ 2D ਦੀ ਗੱਲ ਕਰੀਏ ਤਾਂ 2D ਦੇ ਵਿੱਚ ਅਸੀਂ ਪੜ੍ਹਦੇ ਹਾਂ ਪਲੇਨ ਪੋਲਰ ਕੋਆਰਡੀਨੇਟ ਸਿਸਟਮ। ਅਤੇ ਅਗਰ ਗੱਲ ਕਰੀਏ 3 ਡਾਇਮੈਂਸ਼ਨ ਦੀ, ਤਾਂ ਉਸ 'ਚ ਪੜ੍ਹਦੇ ਹਾਂ ਅਸੀਂ ਸਫੈਰੀਕਲ ਪੋਲਰ ਕੋਆਰਡੀਨੇਟ ਸਿਸਟਮ। 2 ਡਾਇਮੈਂਸ਼ਨ ਦੇ ਵਿੱਚ ਅਸੀਂ, ਸਾਨੂੰ ਪਤਾ ਐਕਸ ਤੇ ਵਾਈ ਐਕਸਿਸ ਦੀ ਗੱਲ ਕਰਦੇ ਹਾਂ। 3 ਡਾਇਮੈਂਸ਼ਨ ਦੇ ਵਿੱਚ ਅਸੀਂ 3rd ਡਾਇਮੈਂਸ਼ਨ ਜ਼ੈਡ ਐਕਸਿਸ ਦੀ ਵੀ ਗੱਲ ਕਰਦੇ ਹਾਂ। ਜਿਹੜਾ ਪਲੇਨ ਪੋਲਰ ਕੋਆਰਡੀਨੇਟ ਹੈ ਉਹ 2D ਐਨਾਲੋਗ ਹੈ ਸਫੈਰੀਕਲ ਪੋਲਰ ਕੋਆਰਡੀਨੇਟਸ ਦਾ। ਤਾਂ ਅਸੀਂ ਪੋਲਰ ਕੋਆਰਡੀਨੇਟਸ ਅੱਜ ਦੇ ਲੈਕਚਰ ਵਿੱਚ ਕਰਾਂਗੇ, ਜੋ ਕਿ 2D ਦੇ ਵਿੱਚ ਅਸੀਂ ਸਾਰਾ ਟਰਮਸ ਨੂੰ ਡਿਸਕਸ ਕਰਾਂਗੇ। ਅਸੀਂ ਫਾਈਂਡ ਆਊਟ ਕਰਾਂਗੇ ਵੈਲੋਸਿਟੀ, ਡਿਸਪਲੇਸਮੈਂਟ ਵੈਕਟਰ ਤੇ ਐਸਲਰੇਸ਼ਨ ਨੂੰ ਇਨ ਪਲੇਨ ਪੋਲਰ ਕੋਆਰਡੀਨੇਟਸ ਦੇ ਵਿੱਚ। ਅਤੇ ਫਿਰ ਅਸੀਂ ਨੈਕਸਟ ਲੈਕਚਰ ਦੇ ਵਿੱਚ ਅਸੀਂ ਫਾਈਂਡ ਆਊਟ ਕਰਾਂਗੇ ਸਫੈਰੀਕਲ ਪੋਲਰ ਕੋਆਰਡੀਨੇਟਸ ਤੇ ਇੰਟਰੋਡਕਸ਼ਨ ਕਰਾਂਗੇ। ਸਫੈਰੀਕਲ ਪੋਲਰ ਕੋਆਰਡੀਨੇਟਸ ਦਾ ਯੂਜ਼ ਕਰਕੇ ਅਸੀਂ ਫਾਈਂਡ ਆਊਟ ਕਰਾਂਗੇ ਵੈਲੋਸਿਟੀ ਨੂੰ, ਡਿਸਪਲੇਸਮੈਂਟ ਨੂੰ ਤੇ ਐਸਲਰੇਸ਼ਨ ਵੈਕਟਰ ਨੂੰ। ਲੈਕਚਰ 1 ਦੇ ਵਿੱਚ ਅਸੀਂ ਆਲਰੇਡੀ ਡਿਸਕਸ ਕੀਤਾ ਕਿ ਅਸੀਂ ਜਿਹੜਾ ਕੋਆਰਡੀਨੇਟ ਸਿਸਟਮ ਹੈ ਉਹਦੀ ਵਰਤੋਂ ਕਰਦੇ ਹਾਂ ਪਾਰਟੀਕਲ ਨੂੰ ਲੋਕੇਟ ਕਰਨ ਦੇ ਵਿੱਚ। ਪਲੇਨ ਪੋਲਰ ਕੋਆਰਡੀਨੇਟ ਸਿਸਟਮ ਦੇ ਵਿੱਚ ਅਗਰ ਗੱਲ ਕਰੀਏ ਤਾਂ ਸਾਡੇ ਕੋਲ ਇੱਕ ਪਲੇਨ ਹੈ ਜਿਸ ਦੇ ਉੱਪਰ ਪਾਰਟੀਕਲ ਜਿਹੜਾ ਮੂਵ ਕਰਨਾ ਸਟਾਰਟ ਕਰ ਦਿੱਤਾ। ਪਾਰਟੀਕਲ ਜਿਹੜਾ ਮੂਵ ਕਰ ਰਿਹਾ ਉਸ ਦੇ ਉੱਪਰ ਇੱਕ ਕੰਡੀਸ਼ਨ ਲਗਾ ਦਿੱਤੀ ਗਈ ਕਿ ਜਿਹੜਾ ਪਾਰਟੀਕਲ ਹੈ ਉਹ ਜਿਹੜਾ ਸਰਕੂਲਰ ਪਾਥ ਦੇ ਵਿੱਚ ਮੂਵ ਕਰੇਗਾ। ਹੁਣ ਜਿਹੜਾ ਪਾਰਟੀਕਲ ਹੈ ਉਹ ਮੂਵ ਕਰ ਰਿਹਾ, ਅਸੀਂ ਪਾਰਟੀਕਲ ਦੀ ਲੋਕੇਸ਼ਨ ਨੂੰ ਦੱਸਣਾ, ਲੋਕੇਸ਼ਨ ਨੂੰ ਫਾਈਂਡ ਆਊਟ ਕਰਨਾ ਹੈ। ਜਦੋਂ ਪਾਰਟੀਕਲ ਮੂਵ ਕਰੇਗਾ ਤਾਂ ਸਭ ਤੋਂ ਪਹਿਲਾਂ ਅਸੀਂ ਪਲੇਨ ਐਕਸਿਸ ਦੀ ਗੱਲ ਕਰ ਰਹੇ ਹਾਂ, ਤਾਂ ਸਾਡੇ ਕੋਲ 2 ਐਕਸਿਸ ਨੇ। 2 ਡਾਇਮੈਂਸ਼ਨ ਦੀ ਗੱਲ ਕਰੀਏ ਤਾਂ ਇੱਕ ਐਕਸ ਐਕਸਿਸ, ਇੱਕ ਸਾਡੇ ਕੋਲ ਵਾਈ ਐਕਸਿਸ। ਇਹ ਜੋ ਵਾਈ ਐਕਸਿਸ ਹੈ, ਸਪੋਜ਼ ਪਾਰਟੀਕਲ ਜਿਹੜਾ ਇੱਥੇ ਲਾਈ ਕਰ ਰਿਹਾ P ਪੁਆਇੰਟ 'ਤੇ,
ਤੇ ਹੁਣ ਸਾਨੂੰ ਪਤਾ ਜਦੋਂ ਇਹ ਮੂਵ ਕਰੇਗਾ ਤਾਂ ਕਿਹੜੀ ਡਾਇਰੈਕਸ਼ਨ 'ਚ ਮੂਵ ਕਰੇਗਾ, ਉਹ ਮੂਵ ਕਰੇਗਾ ਸਰਕੂਲਰ ਪਾਥ ਦੇ ਵਿੱਚ। ਸਰਕੂਲਰ ਪਾਥ ਦੇ ਵਿੱਚ ਜਦੋਂ ਪਾਰਟੀਕਲ ਮੂਵ ਕਰੇਗਾ ਤਾਂ ਸਪੋਜ਼ ਇਸ ਤਰ੍ਹਾਂ ਉਸਨੇ ਪੂਰਾ ਇੱਕ ਸਰਕਲ ਜਿਹੜਾ ਕੰਪਲੀਟ ਕਰ ਲਿਆ, ਲੇਕਿਨ ਅਸੀਂ ਹਜੇ ਤੱਕ ਪਾਰਟੀਕਲ ਦੀ ਲੋਕੇਸ਼ਨ ਜਿਹੜੀ ਆ ਉਹ ਨਹੀਂ ਦੱਸ ਸਕੇ। ਲੈਟ ਸਪੋਜ਼ ਅਸੀਂ ਆ ਜਿਹੜਾ ਪੁਆਇੰਟ P ਹੈ, ਇਸ ਪੁਆਇੰਟ ਦੇ ਉੱਤੇ ਪਾਰਟੀਕਲ ਦੀ ਪੋਜੀਸ਼ਨ ਨੂੰ ਦੱਸਣਾ ਹੈ ਵਿਦ ਰਿਸਪੈਕਟ ਟੂ ਦਿਸ ਓਰੀਜਨ। ਅਗਰ ਗੱਲ ਕਰੀਏ ਰਾਜੇ ਪਾਰਟੀਕਲ ਦੀ ਜਿਹੜੀ ਇਹ ਕੰਡੀਸ਼ਨ ਲਗਾ ਰੱਖੀ ਹੈ ਸਰਕੂਲਰ ਪਾਥ ਦੇ ਵਿੱਚ ਮੂਵ ਕਰਨ ਦੀ, ਤਾਂ ਇਸ ਕੰਡੀਸ਼ਨ ਤੋਂ ਇੱਕ ਗੱਲ ਜਿਹੜੀ ਸਾਨੂੰ ਕਲੀਅਰ ਹੋ ਜਾਂਦੀ ਹੈ ਕਿ ਜਿਹੜਾ ਪਾਰਟੀਕਲ ਹੈ ਉਸ ਦਾ ਓਰੀਜਨ ਤੋਂ ਜਿਹੜਾ ਡਿਸਟੈਂਸ ਹੋਏਗਾ ਉਹ ਫਿਕਸਡ ਹੋਏਗਾ ਤੇ ਉਹ ਹੋਏਗਾ ਰੇਡੀਅਸ ਸਰਕਲ ਦਾ, ਜਿਸ ਨੂੰ ਅਸੀਂ ਆਰ ਵੈਕਟਰ ਦੇ ਨਾਲ ਰਿਪਰੈਜ਼ੈਂਟ ਕਰ ਰਹੇ ਹਾਂ। ਤਾਂ ਪੋਲਰ ਕੋਆਰਡੀਨੇਟ ਸਿਸਟਮ ਦੇ ਵਿੱਚ ਰਾਜੇ ਅਸੀਂ ਜਿਹੜਾ P ਪੁਆਇੰਟ ਆ ਉਸ ਦਾ ਇੱਕ ਕੋਆਰਡੀਨੇਟ ਤਾਂ ਜਿਹੜਾ ਫਾਈਂਡ ਆਊਟ ਕਰ ਲਿਆ, ਜੋ ਸਾਡੇ ਕੋਲ ਕੋਆਰਡੀਨੇਟ ਹੈ ਆਰ ਵੈਕਟਰ। ਹੁਣ ਗੱਲ ਕਰੀਏ ਜਿਹੜਾ ਐਕਸ ਐਕਸਿਸ ਤੋਂ ਜਿਹੜਾ ਇਹ ਐਂਗਲ ਹੈ ਜਿੰਨੀ ਇਹ ਦੂਰੀ ਤੇ ਗਿਆ ਤਾਂ ਇਹਨੇ ਕੋਈ ਨਾ ਕੋਈ ਤਾਂ ਐਂਗਲ ਬਣਾਇਆ ਹੋਣਾ, ਜਿਸ ਨੂੰ ਅਸੀਂ ਕੀ ਕਹਿ ਦਿੱਤਾ, ਥੀਟਾ ਕਹਿ ਦਿੱਤਾ। ਤਾਂ ਥੀਟਾ ਇੱਥੇ ਸਾਡੇ ਕੋਲ ਕੀ ਹੈ, ਥੀਟਾ ਰਾਜੇ ਐਂਗਲ ਹੈ ਜਿਹੜਾ ਕਿ P ਪੁਆਇੰਟ ਜਦੋਂ ਮੂਵ ਕਰ ਰਿਹਾ ਸੀ ਤਾਂ ਉਹਦੀ ਜਿਹੜੀ OP ਲੈਂਥ ਹੈ ਉਹਨੇ ਪੋਜ਼ਿਟਿਵ ਐਕਸ ਐਕਸਿਸ ਨਾਲ ਜੋ ਐਂਗਲ ਬਣਾਇਆ ਸੀ ਦੈਟ ਇਜ਼ ਥੀਟਾ। ਤਾਂ ਆਪਣੇ ਕੋਲ P ਪੁਆਇੰਟ ਜਿਹੜਾ ਹੈ ਉਹਦੇ ਕੋਆਰਡੀਨੇਟਸ ਆ ਗਏ ਆਰ ਵੈਕਟਰ ਡਾਟ ਕੋਮਾ ਥੀਟਾ ਵੈਕਟਰ। ਤਾਂ ਜਦੋਂ ਕਿਸੇ ਵੀ ਪਾਰਟੀਕਲ ਨੂੰ ਪਲੇਨ ਪੋਲਰ ਕੋਆਰਡੀਨੇਟ ਸਿਸਟਮ 'ਚ ਫਾਈਂਡ ਕਰਨਾ ਤਾਂ ਦੋ ਚੀਜ਼ਾਂ ਫਾਈਂਡ ਆਊਟ ਕਰਨੀਆਂ, ਇੱਕ ਤਾਂ ਆਰ ਵੈਕਟਰ ਤੇ ਇੱਕ ਥੀਟਾ ਵੈਕਟਰ। ਤੇ ਇਹਨਾਂ ਦੋਨਾਂ ਨਾਲ ਅਸੀਂ ਕੀ ਕਰ ਲਾਂਗੇ, ਉਹਦੀ ਜਿਹੜੀ ਪੋਜੀਸ਼ਨ ਨੂੰ ਫਾਈਂਡ ਆਊਟ ਕਰ ਲਾਂਗੇ ਜਦੋਂ ਮੂਵ ਕਰ ਰਿਹਾ ਸਰਕਲ ਦੇ ਵਿੱਚ। ਇਹ ਉਹਦੇ ਉੱਪਰ ਕੰਡੀਸ਼ਨ ਲਗਾ ਦਿੱਤੀ ਗਈ ਹੈ। ਹੁਣ ਸਾਨੂੰ ਪਤਾ ਰਾਜੇ ਅਸੀਂ ਕੀ ਹੈਗਾ, ਸਭ ਤੋਂ ਪਹਿਲਾਂ ਆਰ ਵੈਕਟਰ ਤੇ ਥੀਟਾ ਵੈਕਟਰ ਇਹ ਕੀ ਨੇ ਸਾਡੇ ਕੋਲ, ਇਹਨਾਂ ਦੋਨਾਂ ਬਾਰੇ ਗੱਲ ਕਰ ਲਈਏ। ਪਲੇਨ ਇਹਨਾਂ ਦੋਨਾਂ ਨੂੰ ਫਾਈਂਡ ਆਊਟ ਕਰਨੀ ਸਾਨੂੰ ਜਿਹੜਾ ਹੈ ਉਹ ਰਿਲੇਸ਼ਨ ਪੜ੍ਹਨਾ ਪੈਣਾ ਹੈ, ਰਿਲੇਸ਼ਨ ਬਿਟਵੀਨ ਪੋਲਰ ਕੋਆਰਡੀਨੇਟਸ ਤੇ ਕਾਰਟੀਜ਼ਨ ਕੋਆਰਡੀਨੇਟਸ ਦੇ ਵਿੱਚ। ਅਗਰ ਗੱਲ ਕਰੀਏ ਰਿਲੇਸ਼ਨ ਦੀ ਪੋਲਰ ਕੋਆਰਡੀਨੇਟ ਤੇ ਕਾਰਟੀਜ਼ਨ ਕੋਆਰਡੀਨੇਟ ਦੀ, ਤਾਂ ਅਸੀਂ ਕਾਰਟੀਜ਼ਨ ਕੋਆਰਡੀਨੇਟ ਦੇ ਵਿੱਚ ਫਾਈਂਡ ਆਊਟ ਕੀਤੀ ਸੀਗੀ ਪਾਰਟੀਕਲ ਦੀ ਲੋਕੇਸ਼ਨ। ਤਾਂ ਅਸੀਂ ਕਿਹਾ ਸੀ ਵੀ ਇਹ ਆਪਣੇ ਕੋਲ ਐਕਸ ਐਕਸਿਸ ਹੈ, ਇਹ ਵਾਈ ਐਕਸਿਸ ਹੈ, ਇਹ ਪੁਆਇੰਟ P ਹੈ ਜਿਸ ਦੇ ਕੋਆਰਡੀਨੇਟਸ ਨੇ ਆਪਣੇ ਕੋਲ ਐਕਸ ਤੇ ਵਾਈ। ਤੇ ਐਕਸ ਤੇ ਵਾਈ ਕੋਆਰਡੀਨੇਟਸ ਅਸੀਂ ਕਿਸ ਤਰ੍ਹਾਂ ਫਾਈਂਡ ਆਊਟ ਕੀਤੇ ਸੀ, ਅਸੀਂ ਕਿਹਾ ਸੀ ਇੱਕ ਫਿਕਸ ਪੁਆਇੰਟ ਤੋਂ ਜਦੋਂ ਪਾਰਟੀਕਲ ਸਟਾਰਟ ਕਰੂਗਾ ਮੂਵ ਕਰਨਾ ਐਕਸ ਐਕਸਿਸ ਦੇ ਉੱਪਰ, ਤਾਂ ਉਹ ਐਕਸ ਡਿਸਟੈਂਸ ਦੂਰ ਤੇ ਜਾ ਕੇ ਜਿਹੜਾ ਹੈ ਉਹ ਟਰਨ ਕਰ ਜੂਗਾ ਵਾਈ ਐਕਸਿਸ ਵੱਲ, ਕਿੰਨੀ ਦੂਰੀ, ਵਾਈ ਡਿਸਟੈਂਸ ਤੇ। ਤੇ ਅਸੀਂ ਕਿਹਾ ਸੀਗਾ ਕਿ ਉਹ ਪਹੁੰਚ ਜੂਗਾ ਉਸ ਲੋਕੇਸ਼ਨ ਦੇ ਉੱਪਰ। ਹੁਣ ਸਾਡੇ ਕੋਲ ਇਹ P ਪੁਆਇੰਟ ਕੀ ਹੈ, ਐਕਸ ਕੋਮਾ ਵਾਈ, ਇਹ ਵੀ ਸਾਡੇ ਕੋਲ ਕਿੰਨਾ ਹੈ ਡਿਸਟੈਂਸ ਹੈ ਐਕਸ, ਤੇ ਆਹ ਡਿਸਟੈਂਸ ਵੀ ਸਾਡੇ ਕੋਲ ਕਿੰਨਾ ਹੈ, ਵਾਈ ਡਿਸਟੈਂਸ ਹੈ। ਹੁਣ ਅਸੀਂ ਅਗਰ ਇਹਨਾਂ ਦੋਨਾਂ ਵਿੱਚ ਰਿਲੇਸ਼ਨ ਫਾਈਂਡ ਆਊਟ ਕਰਨਾ ਹੈ ਪੋਲਰ ਕੋਆਰਡੀਨੇਟ ਸਿਸਟਮ ਤੇ ਜਿਹੜਾ ਸਾਡੇ ਕੋਲ ਕਾਰਟੀਜ਼ਨ ਕੋਆਰਡੀਨੇਟ ਸਿਸਟਮ ਹੈ, ਤਾਂ ਅਸੀਂ ਕੀ ਕਰਾਂਗੇ, ਇੱਕ ਡਾਇਗਰਾਮ ਬਣਾਵਾਂਗੇ ਜਿਹੜੀ ਇਹ ਡਾਇਗਰਾਮ ਦੋਨਾਂ ਨੂੰ ਕੋਰਿਲੇਟ ਕਰੇਗੀ। ਸਾਨੂੰ ਪਤਾ ਆਹ ਪੁਆਇੰਟ P ਹੈ, ਹੁਣ ਇਹ ਸਰਕੂਲਰ ਪਾਥ ਦੇ ਵਿੱਚ ਮੂਵ ਕਰ ਰਿਹਾ ਪੋਲਰ ਕੋਆਰਡੀਨੇਟ ਸਿਸਟਮ ਦੇ ਵਿੱਚ, ਤੇ ਇਹਦੀ ਜਿਹੜੀ ਪੋਜੀਸ਼ਨ ਆ ਪੋਲਰ ਕੋਆਰਡੀਨੇਟ ਸਿਸਟਮ 'ਚ ਹੈਗੀ ਆਰ ਵੈਕਟਰ ਥੀਟਾ ਵੈਕਟਰ ਹੈ ਨਾ। ਤੇ ਜਦੋਂ ਅਸੀਂ ਓਰੀਜਨ ਤੋਂ ਇਹਨੂੰ ਮਿਲਾਇਆ ਤਾਂ ਸਾਡੇ ਕੋਲ OP ਲੈਂਥ ਜਿਹੜੀ ਹੈ ਉਹ ਆਪਣੇ ਕੋਲ ਕਿੰਨੀ ਆ ਗਈ, ਉਹ ਆ ਗਈ ਆਰ ਵੈਕਟਰ। ਤੇ ਆ ਜਿਹੜਾ ਡਿਸਟੈਂਸ ਅਗਰ ਕਾਰਟੀਜ਼ਨ ਕੋਆਰਡੀਨੇਟ ਸਿਸਟਮ ਦੀ ਗੱਲ ਕਰੀਏ ਤਾਂ ਉਹ ਆਪਣੇ ਕੋਲ y ਹੈ, ਤੇ ਆਹ ਡਿਸਟੈਂਸ ਜਿਹੜਾ ਆਪਣੇ ਕੋਲ ਕਿੰਨਾ ਹੈਗਾ, x ਹੈਗਾ, ਤੇ ਆਹ ਡਿਸਟੈਂਸ ਵੀ ਆਪਣੇ ਕੋਲ ਕਿੰਨਾ ਹੈਗਾ, y ਡਿਸਟੈਂਸ ਹੈ। ਹੁਣ ਜੇ ਸਾਡੇ ਕੋਲ ਆਹ ਐਂਗਲ ਕਿੰਨਾ ਹੈ, ਥੀਟਾ ਐਂਗਲ ਹੈ, ਇਸ ਦੀ ਡਾਇਰੈਕਸ਼ਨ ਜਿਹੜੀ ਹੋਊਗੀ ਇਸ ਤਰ੍ਹਾਂ ਹੋਏਗੀ, ਥੀਟਾ ਡਾਇਰੈਕਸ਼ਨ ਜਿਹੜੀ ਹੋਊਗੀ ਉਹ ਹੋਊਗੀ x ਐਕਸਿਸ ਤੋਂ ਪਰੇ ਵੱਲ ਐਂਟੀ ਕਲੌਕਵਾਈਜ਼। ਜਿਹੜੀ ਥੀਟਾ ਵੈਕਟਰ ਦੀ ਡਾਇਰੈਕਸ਼ਨ ਹੋਊਗੀ ਉਹ ਆਪਣੇ ਕੋਲ ਕੀ ਹੋਊਗੀ, ਐਂਟੀ ਕਲੌਕਵਾਈਜ਼ ਡਾਇਰੈਕਸ਼ਨ। ਤੇ ਜਿਹੜੀ ਆਰ ਵੈਕਟਰ ਦੀ ਡਾਇਰੈਕਸ਼ਨ ਹੁੰਦੀ, ਜਿਹੜੀ ਆਰ ਵੈਕਟਰ ਦੀ ਡਾਇਰੈਕਸ਼ਨ, ਉਹ ਆਰ ਵੈਕਟਰ ਦੀ ਡਾਇਰੈਕਸ਼ਨ ਜਿਹੜੀ ਹੁੰਦੀ ਹੈ ਜੇ ਉਹ ਇਸ ਅਲੋਂਗ ਹੁੰਦੀ ਹੈ, ਇਹਨੂੰ ਆਊਟਵਰਡ ਡਾਇਰੈਕਸ਼ਨ ਬੋਲਦੇ, ਇਹਨੂੰ ਰੈਡੀਕਲ ਡਾਇਰੈਕਸ਼ਨ ਬੋਲਦੇ। ਰੈਡੀਕਲ ਡਾਇਰੈਕਸ਼ਨ ਦਾ ਮਤਲਬ ਹੁੰਦਾ ਅਲੋਂਗ ਦਾ ਰੇਡੀਅਸ ਆਫ ਦਾ ਸਰਕਲ। ਤਾਂ ਜਿਹੜੀ ਆਰ ਦੀ ਡਾਇਰੈਕਸ਼ਨ ਹੋਊਗੀ ਉਹ ਹੋਊਗੀ ਰੈਡੀਕਲ, ਮਤਲਬ ਕਿ ਅਲੋਂਗ ਦਾ ਰੇਡੀਅਸ। ਤਾਂ ਸਾਨੂੰ ਪਤਾ ਲੱਗ ਗਿਆ ਹੁਣ ਥੀਟਾ ਦੀ ਡਾਇਰੈਕਸ਼ਨ ਕੀ ਹੈ, ਉਹ ਐਂਟੀ ਕਲੌਕਵਾਈਜ਼ ਹੈ, ਤੇ ਜਿਹੜੀ ਆਰ ਹੈ ਉਹਦੀ ਡਾਇਰੈਕਸ਼ਨ ਕੀ ਆਪਣੇ ਕੋਲ ਰੈਡੀਕਲ ਹੈ, ਮਤਲਬ ਅਲੋਂਗ ਦਾ ਰੇਡੀਅਸ ਹੈ। ਤੇ ਹੁਣ ਅਸੀਂ ਰਿਲੇਸ਼ਨਸ਼ਿਪ ਫਾਈਂਡ ਆਊਟ ਕਰਨਾ ਹੈ ਬਿਟਵੀਨ ਪੋਲਰ ਕੋਆਰਡੀਨੇਟ ਤੇ ਕਾਰਟੀਜ਼ਨ ਕੋਆਰਡੀਨੇਟ ਸਿਸਟਮ ਦੇ ਵਿੱਚ। ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਆਪਣੇ ਕੋਲ ਜਿਹੜਾ ਆਹ ਥੀਟਾ ਐਂਗਲ ਹੈ ਇਹਦੀ ਮਦਦ ਦੇ ਨਾਲ, ਤੇ ਇਹ ਆਪਣੇ ਕੋਲ ਕਿੰਨਾ ਬਣ ਰਿਹਾ, ਪਰਪੈਂਡੀਕੁਲਰ ਡਿਸਟੈਂਸ ਹੈ ਨਾ, ਤਾਂ ਇਸ ਕਰਕੇ 90 ਡਿਗਰੀ ਐਂਗਲ ਬਣ ਰਿਹਾ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਲਿਖਾਂਗੇ, ਅਸੀਂ ਲਿਖਾਂਗੇ cos ਥੀਟਾ ਜਿਹੜਾ ਸਾਡੇ ਕੋਲ ਕਿੰਨਾ ਆ ਜਾਏਗਾ, ਤੇ ਸਾਈਨ ਥੀਟਾ ਕਿੰਨਾ ਆ ਜਾਏਗਾ। ਅਗਰ ਟ੍ਰਾਇੰਗਲ ਦੀ ਗੱਲ ਕਰੀਏ PMO, ਅਗਰ PMO ਟ੍ਰਾਇੰਗਲ ਦੇ ਵਿੱਚ ਤੁਸੀਂ ਧਿਆਨ ਦਿਓ ਤਾਂ ਆਪਣੇ ਕੋਲ ਜਿਹੜਾ cos ਥੀਟਾ ਹੈ ਉਹਦੀ ਵੈਲਿਊ ਆ ਜਾਏਗੀ x/r, ਤੇ ਸਾਈਨ ਥੀਟਾ ਆਪਣੇ ਕੋਲ ਕਿਹਦੇ ਇਕੁਅਲ ਆ ਜਾਏਗਾ, ਉਹ ਆ ਜਾਏਗਾ y/r ਦੇ। ਤਾਂ ਇੱਥੋਂ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ ਰਿਲੇਸ਼ਨ ਕੀ ਆ ਗਿਆ, ਆਪਣੇ ਕੋਲ x ਆ ਗਿਆ ਆਪਣੇ ਕੋਲ r cos ਥੀਟਾ, ਤੇ ਜਿਹੜਾ y ਆ ਆਪਣੇ ਕੋਲ ਉਹ ਕਿੰਨਾ ਆ ਗਿਆ, r ਸਾਈਨ ਥੀਟਾ ਦੇ ਇਕੁਅਲ ਆ ਗਿਆ। ਤਾਂ ਇਹ ਸਾਡੇ ਕੋਲ ਦੋ ਇਕੁਏਸ਼ਨਸ ਬਣ ਗਈਆਂ x ਤੇ y ਦੀਆਂ। x ਸਾਡੇ ਕੋਲ ਆ ਗਿਆ ਰਾਜੇ ਪੋਲਰ ਕੋਆਰਡੀਨੇਟ ਫਾਰਮ ਦੇ ਵਿੱਚ, ਤੇ y ਆ ਗਿਆ ਸਾਡੇ ਕੋਲ ਪਲੇਨ ਪੋਲਰ ਕੋਆਰਡੀਨੇਟ ਫਾਰਮ ਦੇ ਵਿੱਚ। ਤਾਂ x ਤੇ y ਨੂੰ ਅਸੀਂ ਜਿਹੜਾ ਹੈ ਉਹਨਾਂ ਨੂੰ ਫਾਈਂਡ ਆਊਟ ਕਰ ਲਿਆ। ਹੁਣ ਅਸੀਂ ਗੱਲ ਕਰੀਏ r ਤੇ ਥੀਟਾ ਦੀ ਵੈਲਿਊ ਦੀ, ਕਿ r ਦੀ ਵੈਲਿਊ ਕਿੰਨੀ ਹੋ ਸਕਦੀ ਹੈ, ਥੀਟਾ ਦੀ ਵੈਲਿਊ ਕਿੰਨੀ ਹੋ ਸਕਦੀ ਹੈ, ਜਾਂ ਫਿਰ ਕਹਿ ਸਕਦੇ ਹਾਂ ਕਿ ਅਸੀਂ ਜੇ ਫਾਈਂਡ ਆਊਟ ਕਰਨਾ ਹੋਵੇ x ਤੇ y ਨੂੰ, ਅਗਰ ਫਸਟ ਤੇ ਸੈਕਿੰਡ ਇਕੁਏਸ਼ਨ ਦੀ ਗੱਲ ਕਰੀਏ ਤਾਂ ਜੇ ਸਾਨੂੰ r ਦੀ ਵੈਲਿਊ ਪਤਾ ਲੱਗ ਜੇ ਤੇ ਥੀਟਾ ਪਤਾ ਲੱਗ ਜੇ ਤਾਂ ਅਸੀਂ ਜਿਹੜਾ x ਪਤਾ ਕਰ ਸਕਦੇ ਹਾਂ ਤੇ y ਵੀ ਪਤਾ ਕਰ ਸਕਦੇ ਹਾਂ। ਤੇ ਜੇ ਅਸੀਂ ਗੱਲ ਕਰੀਏ ਇਸ ਤੋਂ ਉਲਟ, ਜੇ ਅਸੀਂ ਪਤਾ ਕਰਨਾ ਹੋਵੇ ਥੀਟਾ ਨੂੰ ਤੇ r ਨੂੰ, ਤਾਂ ਸਾਨੂੰ ਉਸ ਦੇ ਲਈ ਕੀ ਰਿਲੇਸ਼ਨ ਜਿਹੜਾ ਚਾਹੀਦਾ ਹੈ, ਅਸੀਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਰਾਜੇ ਕਿ ਸਕੇਅਰ ਕਰਕੇ ਫਸਟ
ਐਂਡ ਸੈਕਿੰਡ। ਫਸਟ ਤੇ ਸੈਕਿੰਡ ਨੂੰ ਜਿਹੜਾ ਸਕੇਅਰਿੰਗ ਕਰਕੇ ਐਡ ਕਰ ਦੇਣਾ ਤਾਂ ਆਪਣੇ ਕੋਲ ਕੀ ਰਿਲੇਸ਼ਨ ਬਣ ਜਾਏਗਾ, ਆਪਣੇ ਕੋਲ ਬਣ ਜਾਏਗਾ ਐਕਸ ਸਕੇਅਰ ਪਲੱਸ ਵਾਈ ਸਕੇਅਰ ਬਰਾਬਰ ਹੈ ਆਰ ਸਕੇਅਰ। ਇੱਥੇ ਰਾਜੇ ਆਪਣੇ ਕੋਲ ਬਣ ਜਾਊਗਾ ਕੋਸ ਸਕੇਅਰ ਥੀਟਾ ਪਲੱਸ ਸਾਈਨ ਸਕੇਅਰ ਥੀਟਾ ਜੋ ਬਰਾਬਰ ਹੁੰਦਾ ਹੈ 1 ਦੇ। ਤਾਂ ਆਪਣੇ ਕੋਲ ਆਰ ਸਕੇਅਰ ਬਣ ਗਿਆ ਐਕਸ ਸਕੇਅਰ ਪਲੱਸ ਵਾਈ ਸਕੇਅਰ ਦੀ, ਤੇ ਇੱਥੋਂ ਆਰ ਦੀ ਜਿਹੜੀ ਵੈਲਿਊ ਹੈ ਉਹ ਬਣ ਗਈ ਐਕਸ ਸਕੇਅਰ ਪਲੱਸ ਵਾਈ ਸਕੇਅਰ। ਤਾਂ ਆਪਣੇ ਕੋਲ ਸਭ ਤੋਂ ਪਹਿਲਾ ਰਿਲੇਸ਼ਨ ਜਿਹੜਾ ਆ ਚੁੱਕਿਆ ਆਰ ਦਾ ਇਹ ਬਰਾਬਰ ਹੈ ਸਕੇਅਰ ਰੂਟ ਆਫ ਐਕਸ ਸਕੇਅਰ ਪਲੱਸ ਵਾਈ ਸਕੇਅਰ ਦੀ। ਹੁਣ ਅਗਰ ਅਸੀਂ ਥੀਟਾ ਫਾਈਂਡ ਆਊਟ ਕਰਨਾ ਹੈ ਤਾਂ ਕੀ ਕਰਾਂਗੇ, ਸਿੰਪਲੀ ਅਸੀਂ ਡਿਵਾਈਡ ਕਰ ਦਾਂਗੇ ਸੈਕਿੰਡ ਇਕੁਏਸ਼ਨ ਤੇ ਫਸਟ ਇਕੁਏਸ਼ਨ ਨੂੰ। ਜਦੋਂ ਅਸੀਂ ਡਿਵਾਈਡ ਕਰ ਦਾਂਗੇ ਤਾਂ ਆਪਣੇ ਕੋਲ ਕੀ ਆ ਜੂ ਵਾਈ ਅਪੋਨ ਐਕਸ ਬਰਾਬਰ ਆ ਜਾਊਗਾ ਟੈਨ ਥੀਟਾ ਦੇ। ਤਾਂ ਇੱਥੋਂ ਅਸੀਂ ਥੀਟਾ ਜਿਹੜਾ ਹੈ ਫਾਈਂਡ ਆਊਟ ਕਰ ਸਕਦੇ ਹਾਂ ਟੈਨ ਇਨਵਰਸ ਵਾਈ ਅਪੋਨ ਐਕਸ ਦੀ ਫਾਰਮ ਦੇ ਵਿੱਚ। ਤਾਂ ਟੋਟਲ ਸਾਡੇ ਕੋਲ ਜੇ ਇੱਥੇ 4 ਰਿਲੇਸ਼ਨਸ ਬਣ ਚੁੱਕੀਆਂ ਨੇ। ਪਹਿਲੀ ਰਿਲੇਸ਼ਨ ਸਾਡੇ ਕੋਲ ਐਕਸ ਬਰਾਬਰ ਹੈ ਆਰ ਕੋਸ ਥੀਟਾ ਦੀ, ਸੈਕਿੰਡ ਰਿਲੇਸ਼ਨ ਆ ਵਾਈ ਇਜ਼ ਇਕੁਅਲ ਟੂ ਆਰ ਸਾਈਨ ਥੀਟਾ। ਫਿਰ ਜੇ ਅਸੀਂ ਆਰ ਦੀ ਵੈਲਿਊ ਫਾਈਂਡ ਆਊਟ ਕਰਨੀ ਉਹ ਤਾਂ ਬਰਾਬਰ ਹੈ ਐਕਸ ਸਕੇਅਰ ਪਲੱਸ ਵਾਈ ਸਕੇਅਰ ਦੇ ਸਕੇਅਰ ਰੂਟ ਦੇ, ਤੇ ਥੀਟਾ ਸਾਡੇ ਕੋਲ ਬਰਾਬਰ ਹੈ ਟੈਨ ਇਨਵਰਸ ਵਾਈ ਅਪੋਨ ਐਕਸ ਦੇ। ਤਾਂ ਇੱਥੋਂ ਅਸੀਂ ਇੱਥੋਂ ਅਸੀਂ ਥੀਟਾ ਤੇ ਆਰ ਜਿਹੜਾ ਫਾਈਂਡ ਆਊਟ ਕਰ ਸਕਦੇ ਹਾਂ। ਫਸਟ ਟਰਮ ਜਿਹੜੀ ਅਸੀਂ ਡਿਸਕਸ ਕਰਾਂਗੇ ਉਹ ਕਰਾਂਗੇ ਪੋਜੀਸ਼ਨ ਵੈਕਟਰ ਇਨ ਪਲੇਨ ਪੋਲਰ ਕੋਆਰਡੀਨੇਟ ਸਿਸਟਮ। ਕਾਰਟੀਜ਼ਨ ਕੋਆਰਡੀਨੇਟ ਸਿਸਟਮ ਦੇ ਵਿੱਚ ਅਸੀਂ ਪੋਜੀਸ਼ਨ ਵੈਕਟਰ ਫਾਈਂਡ ਆਊਟ ਕੀਤਾ ਸੀ ਆਰ ਵੈਕਟਰ ਇਜ਼ ਇਕੁਅਲ ਟੂ ਐਕਸ ਆਈ ਕੈਪ ਪਲੱਸ ਵਾਈ ਜੇ ਕੈਪ ਦੇ ਇਕੁਅਲ। ਤੇ ਇਹ ਦੋਨੇ ਰਿਲੇਸ਼ਨ ਅਸੀਂ ਹੁਣੀ ਫਾਈਂਡ ਆਊਟ ਕੀਤੀਆਂ, ਐਕਸ ਬਰਾਬਰ ਹੈ ਆਰ ਕੋਸ ਥੀਟਾ ਦੇ ਤੇ ਵਾਈ ਬਰਾਬਰ ਹੈ ਆਰ ਸਾਈਨ ਥੀਟਾ ਦੀ। ਫਸਟ ਇਕੁਏਸ਼ਨ ਦਾ ਯੂਜ਼ ਕਰਕੇ ਸਾਡੇ ਕੋਲ ਪਲੇਨ ਪੋਲਰ ਕੋਆਰਡੀਨੇਟ ਸਿਸਟਮ ਦੇ ਵਿੱਚ ਪੋਜੀਸ਼ਨ ਵੈਕਟਰ ਆ ਜਾਵੇਗਾ ਆਰ ਕੋਸ ਥੀਟਾ ਆਈ ਕੈਪ ਪਲੱਸ ਆਰ ਸਾਈਨ ਥੀਟਾ ਜੇ ਕੈਪ ਦੇ ਇਕੁਅਲ। ਇਹ ਆ ਗਿਆ ਸਾਡੇ ਕੋਲ ਪੋਜੀਸ਼ਨ ਵੈਕਟਰ ਇਨ ਪਲੇਨ ਪੋਲਰ ਕੋਆਰਡੀਨੇਟ ਸਿਸਟਮ ਦੇ ਵਿੱਚ। ਪਰ ਸਾਨੂੰ ਹਜੇ ਵੀ ਜਿਹੜੀ ਹੈ ਰਾਜੇ ਉਹ ਆਰ ਵੈਕਟਰ ਦੀ ਡਾਇਰੈਕਸ਼ਨ ਜਿਹੜੀ ਹੈ ਆਰ ਤੇ ਥੀਟਾ ਵੈਕਟਰ ਦੀ ਜਿਹੜੀ ਡਾਇਰੈਕਸ਼ਨ ਹੈ ਉਹਦੇ ਬਾਰੇ ਹਜੇ ਸਾਨੂੰ ਨਹੀਂ ਪਤਾ। ਤਾਂ ਸਭ ਤੋਂ ਪਹਿਲਾਂ ਅਸੀਂ ਡਾਇਰੈਕਸ਼ਨਸ ਜਿਹੜੀਆਂ ਉਹਨਾਂ ਨੂੰ ਵੀ ਫਾਈਂਡ ਆਊਟ ਕਰ ਲਾਂਗੇ, ਕਿਉਂਕਿ ਸਾਨੂੰ ਪਤਾ ਹੈ ਕਿ ਪਾਰਟੀਕਲ ਜਿਹੜਾ ਉਹ ਆਪਣੀ ਪੋਜੀਸ਼ਨ ਤੋਂ ਕੀ ਹੋ ਰਿਹਾ, ਡਿਸਪਲੇਸ ਹੋ ਰਿਹਾ ਹੈਗਾ, ਕੀ ਜਾ ਰਿਹਾ ਉਹ ਦੂਰ ਜਾ ਰਿਹਾ ਆਪਣੀ ਪੋਜੀਸ਼ਨ ਤੋਂ। ਅਸੀਂ ਮੋਸ਼ਨ ਦੇ ਵਿੱਚ ਇਸ ਨੂੰ ਪੜਾਂਗੇ ਤਾਂ ਸਾਨੂੰ ਉਹਦੀ ਡਾਇਰੈਕਸ਼ਨ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਉਹਦੀ ਜਿਹੜੀ ਲੋਕੇਸ਼ਨ ਹੈ ਉਹ ਤਾਂ ਅਸੀਂ ਡਿਸਕਸ ਕਰ ਲਈ ਆਰ ਵੈਕਟਰ ਤੇ ਥੀਟਾ ਵੈਕਟਰ, ਲੇਕਿਨ ਅਸੀਂ ਗੱਲ ਕੀਤੀ ਹੈ ਡਾਇਰੈਕਸ਼ਨ ਦੀ, ਕਿਉਂਕਿ ਰਾਜੇ ਇਹ ਪਾਰਟੀਕਲ ਜਿਹੜਾ ਉਹ ਐਂਗਲ ਦੇ ਥਰੂ ਮੂਵ ਕਰ ਰਿਹਾ, ਉਹ ਐਂਗਲ ਦੇ ਵਿੱਚ ਮੂਵ ਕਰ ਰਿਹਾ। ਇਸ ਪੁਆਇੰਟ ਦੇ ਇਸ ਪਾਰਟੀਕਲ ਦਾ ਕੁਝ ਐਂਗਲ ਹੋਵੇਗਾ ਆਪਣੇ ਕੋਲ ਪੀ ਪੁਆਇੰਟ ਤੇ, ਜਦੋਂ ਪਾਰਟੀਕਲ ਮੂਵ ਕਰੇਗਾ ਪੀ ਡੈਸ਼ ਪੋਜੀਸ਼ਨ ਤੇ ਤਾਂ ਉਸ ਪਾਰਟੀਕਲ ਦਾ ਐਂਗਲ ਕੁਝ ਹੋਰ ਹੋਵੇਗਾ, ਪੀ ਡਬਲ ਡੈਸ਼ ਤੇ ਉਸ ਪਾਰਟੀਕਲ ਦਾ ਐਂਗਲ ਕੁਝ ਹੋਰ ਹੋਵੇਗਾ। ਤਾਂ ਸਾਨੂੰ ਜਿਹੜੀ ਉਹਦੀ ਡਾਇਰੈਕਸ਼ਨ ਹੈ ਉਹਦੇ ਬਾਰੇ ਵੀ ਪਤਾ ਹੋਣਾ ਬਹੁਤ ਜ਼ਰੂਰੀ ਹੈ। ਤਾਂ ਜਿਹੜਾ ਥੀਟਾ ਹੈ ਆਪਾਂ ਨੂੰ ਪਤਾ ਹੈ ਉਹ ਆਪਾਂ ਨੂੰ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਮੂਵ ਕਰਦਾ ਹੈ, ਤੇ ਜਿਹੜਾ ਆਰ ਹੈ ਆਰ ਵੈਕਟਰ ਉਹ ਮੂਵ ਕਰਦਾ ਰਜੇ ਆਪਣੇ ਕੋਲ ਰੈਡੀਕਲ ਡਾਇਰੈਕਸ਼ਨ ਦੇ ਵਿੱਚ। ਅਗਰ ਗੱਲ ਕਰੀਏ ਰੈਡੀਕਲ ਡਾਇਰੈਕਸ਼ਨ ਦੀ, ਰੈਡੀਕਲੀ ਆਊਟਵਰਡ ਡਾਇਰੈਕਸ਼ਨ ਦੀ, ਇਹ ਸਾਡੇ ਕੋਲ ਰੈਡੀਕਲੀ ਆਊਟਵਰਡ ਡਾਇਰੈਕਸ਼ਨ ਹੈ। ਰੈਡੀਕਲ ਆਊਟਵਰਡ ਡਾਇਰੈਕਸ਼ਨ ਜਿਸ ਤਰ੍ਹਾਂ ਮੈਂ ਦੱਸਿਆ ਜੋ ਕਿ ਰੇਡੀਅਸ ਦੀ ਸਾਈਡ ਡਾਇਰੈਕਸ਼ਨ ਹੁੰਦੀ ਹੈ, ਇਹ ਸਾਡੇ ਕੋਲ ਕੀ ਹੈ ਰੈਡੀਕਲੀ ਆਊਟਵਰਡ ਡਾਇਰੈਕਸ਼ਨ। ਕੌਣ ਮੂਵ ਕਰ ਰਿਹਾ ਇਸ ਡਾਇਰੈਕਸ਼ਨ ਦੇ ਵਿੱਚ, ਆਰ ਵੈਕਟਰ। ਤੇ ਅਸੀਂ ਜਿਹੜਾ ਹੈ ਜਿਹੜੀ ਪੋਜੀਸ਼ਨ ਹੈ ਉਸ ਨੂੰ ਰਿਪਰੈਜ਼ੈਂਟ ਕੀਤਾ ਹੈ ਆਰ ਵੈਕਟਰ ਦੇ ਅਕੋਰਡਿੰਗ, ਲੇਕਿਨ ਅਸੀਂ ਜਿਹੜੀ ਡਾਇਰੈਕਸ਼ਨ ਹੈ ਉਹਨੂੰ ਰਿਪਰੈਜ਼ੈਂਟ ਕਰਾਂਗੇ ਆਰ ਕੈਪ ਦੇ ਨਾਲ, ਕਿਉਂਕਿ ਸਾਨੂੰ ਪਤਾ ਹੈ ਆਰ ਕੈਪ ਕੀ ਹੁੰਦਾ ਹੈ, ਉਹ ਹੁੰਦਾ ਹੈ ਯੂਨਿਟ ਵੈਕਟਰ, ਤੇ ਯੂਨਿਟ ਵੈਕਟਰ ਦਾ ਕੰਮ ਕੀ ਹੁੰਦਾ ਹੈ ਡਾਇਰੈਕਸ਼ਨ ਨੂੰ ਰਿਪਰੈਜ਼ੈਂਟ ਕਰਨਾ। ਤੇ ਆਪਾਂ ਜੇ ਗੱਲ ਕਰੀਏ ਥੀਟਾ ਦੀ, ਤਾਂ ਥੀਟਾ ਆਪਣੇ ਕੋਲ ਕੀ ਹੈ ਐਂਗਲ ਹੈ, ਤੇ ਜੇ ਅਸੀਂ ਗੱਲ ਕਰੀਏ ਥੀਟਾ ਦੀ ਡਾਇਰੈਕਸ਼ਨ ਦੀ ਤਾਂ ਉਹ ਰਿਪਰੈਜ਼ੈਂਟ ਕਿਸ ਨਾਲ ਕਰੇਗਾ, ਉਹ ਰਿਪਰੈਜ਼ੈਂਟ ਕਰੇਗਾ ਥੀਟਾ ਕੈਪ। ਤਾਂ ਇਹ ਵੀ ਆਪਣੇ ਕੋਲ ਕੀ ਹੈ ਯੂਨਿਟ ਵੈਕਟਰ ਹੈ, ਇਹਦਾ ਵੀ ਕੀ ਕੰਮ ਹੈ ਡਾਇਰੈਕਸ਼ਨ ਨੂੰ ਦੱਸਣਾ ਕਿਹਦੀ ਥੀਟਾ ਦੀ। ਤੇ ਥੀਟਾ ਕੈਪ ਕਿਸ ਤਰ੍ਹਾਂ ਬਣੇਗਾ ਉਹਦੇ ਬਾਰੇ ਵੀ ਜਿਹੜਾ ਡਿਸਕਸ ਕਰ ਲੈਂਦੇ ਹਾਂ। ਅਸੀਂ ਹੁਣ ਫਾਈਂਡ ਆਊਟ ਕਰਨਾ ਆਰ ਕੈਪ ਤੇ ਥੀਟਾ ਕੈਪ, ਜੋ ਕਿ ਸਾਡੇ ਕੋਲ ਨੇ ਯੂਨਿਟ ਵੈਕਟਰ ਕਿਹਦੇ ਆਰ ਤੇ ਥੀਟਾ ਵੈਕਟਰ ਦੇ। ਤੇ ਸਾਨੂੰ ਆਰ ਕੈਪ ਤੇ ਥੀਟਾ ਕੈਪ ਕੱਢਣ ਦੀ ਜ਼ਰੂਰਤ ਕਿਉਂ ਪਈ, ਕਿਉਂਕਿ ਸਾਨੂੰ ਜਿਹੜਾ ਉਹਨਾਂ ਦੀ ਡਾਇਰੈਕਸ਼ਨ ਬਾਰੇ ਪਤਾ ਹੋਣਾ ਜ਼ਰੂਰੀ ਹੈ, ਆਰ ਵੈਕਟਰ ਦੀ ਡਾਇਰੈਕਸ਼ਨ ਤੇ ਥੀਟਾ ਵੈਕਟਰ ਦੀ ਡਾਇਰੈਕਸ਼ਨ ਬਾਰੇ ਕੱਢਣ ਵਾਸਤੇ। ਅਸੀਂ ਜਿਹੜਾ ਆਰ ਵੈਕਟਰ ਫਾਈਂਡ ਆਊਟ ਕੀਤਾ ਸੀ ਉਹ ਫਾਈਂਡ ਆਊਟ ਕੀਤਾ ਸੀਗਾ ਵਿਦ ਦੀ ਹੈਲਪ ਆਫ ਕਾਰਟੀਜ਼ਨ ਕੋਆਰਡੀਨੇਟ ਸਿਸਟਮ ਦੀ ਹੈਲਪ ਦੇ ਨਾਲ। ਅਸੀਂ ਕਿਹਾ ਕਿ ਸਾਡੇ ਕੋਲ ਜਿਹੜਾ ਆਰ ਵੈਕਟਰ ਹੈ ਉਹ ਬਰਾਬਰ ਆ ਗਿਆ ਸੀ ਆਰ ਕੋਸ ਥੀਟਾ ਆਈ ਕੈਪ ਪਲੱਸ ਆਰ ਸਾਈਨ ਥੀਟਾ ਜੇ ਕੈਪ ਦੇ। ਅਸੀਂ ਇਸ ਦੇ ਵਿੱਚ ਯੂਜ਼ ਕੀਤਾ ਸੀਗਾ ਆਈ ਕੈਪ ਤੇ ਜੇ ਕੈਪ ਨੂੰ ਐਜ਼ ਅ ਡਾਇਰੈਕਸ਼ਨ ਰਿਪਰੈਜ਼ੈਂਟੇਟਿਵ। ਇਸ ਸਾਈਡ ਤੇ ਜਿਹੜੀ ਡਾਇਰੈਕਸ਼ਨ ਆ ਉਹ ਆਰ ਵੈਕਟਰ ਰਿਪਰੈਜ਼ੈਂਟ ਕਰ ਰਿਹਾ, ਤੇ ਇਸ ਸਾਈਡ ਤੇ ਡਾਇਰੈਕਸ਼ਨ ਜਿਹੜੀ ਆ ਉਹ ਆਈ ਕੈਪ ਤੇ ਜੇ ਕੈਪ ਰਿਪਰੈਜ਼ੈਂਟ ਕਰ ਰਹੇ ਨੇ। ਤਾਂ ਇਹਦਾ ਮਤਲਬ ਸਾਨੂੰ ਜਿਹੜਾ ਆਰ ਕੈਪ ਤੇ ਥੀਟਾ ਕੈਪ ਜਿਹੜਾ ਅਸੀਂ ਫਾਈਂਡ ਆਊਟ ਕਰਨਾ ਹੈ ਉਹਦੇ ਵਾਸਤੇ ਵੀ ਸਾਨੂੰ ਜ਼ਰੂਰਤ ਪਵੇਗੀ ਆਈ ਕੈਪ ਤੇ ਜੇ ਕੈਪ ਦੀ। ਤਾਂ ਸਾਨੂੰ ਜੇ ਆਰ ਕੈਪ ਤੇ ਥੀਟਾ ਕੈਪ ਦੀ ਲੋਕੇਸ਼ਨ ਚਾਹੀਦੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਪਤਾ ਕਰਨਾ ਪੈਣਾ ਰਿਲੇਸ਼ਨ ਬਿਟਵੀਨ ਆਰ ਕੈਪ ਥੀਟਾ ਕੈਪ ਵਿਦ ਆਈ ਕੈਪ ਤੇ ਜੇ ਕੈਪ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਅਸੀਂ ਫਾਈਂਡ ਆਊਟ ਕਰਾਂਗੇ ਰਿਲੇਸ਼ਨ ਆਰ ਕੈਪ ਥੀਟਾ ਕੈਪ ਦੀ ਆਈ ਕੈਪ ਤੇ ਜੇ ਕੈਪ ਦੇ ਨਾਲ। ਸਾਨੂੰ ਪਤਾ ਹੈ ਜਿਹੜਾ ਆਰ ਕੈਪ ਹੈ ਰਾਜੇ ਉਹ ਬਰਾਬਰ ਹੁੰਦਾ ਹੈ ਆਰ ਵੈਕਟਰ ਅਪੋਨ ਆਰ ਵੈਕਟਰ ਦੇ ਮੋਡੂਲਸ ਦੇ। ਇਹ ਅਸੀਂ 11th ਕਲਾਸ ਦੇ ਵਿੱਚ ਡਿਟੇਲ ਦੇ ਵਿੱਚ ਪੜ੍ਹਿਆ ਸੀ। ਜੇ ਤੁਸੀਂ ਪੜ੍ਹਾਉਣੇ ਹੋ ਤਾਂ ਤੁਸੀਂ ਬੱਚਿਆਂ ਨੂੰ ਇਹ ਜਿਹੜਾ ਟੀਚ ਕਰਦੇ ਹੋ ਕਿ ਜਿਹੜਾ ਯੂਨਿਟ ਵੈਕਟਰ ਹੁੰਦਾ ਹੈ ਉਹ ਬਰਾਬਰ ਹੁੰਦਾ ਹੈ ਯੂਨਿਟ ਵੈਕਟਰ ਬਰਾਬਰ ਹੁੰਦਾ ਹੈ ਉਸ ਦੇ ਵੈਕਟਰ ਦੇ ਤੇ ਡਿਵਾਈਡਡ ਬਾਈ ਮੋਡੂਲਸ ਆਫ ਦੈਟ ਵੈਕਟਰ। ਤੇ ਸਾਨੂੰ ਇਹ ਵੀ ਪਤਾ ਹੈ ਕਿ ਆਰ ਵੈਕਟਰ ਸਾਡੇ ਕੋਲ ਬਰਾਬਰ ਕੀਤੀ ਹੈ ਐਕਸ ਆਈ ਕੈਪ ਪਲੱਸ ਵਾਈ ਜੇ ਕੈਪ ਦੇ, ਜਿਸ ਨੂੰ ਅਸੀਂ ਆਰ ਕੋਸ ਥੀਟਾ ਆਈ ਕੈਪ ਪਲੱਸ ਆਰ ਸਾਈਨ ਥੀਟਾ ਜੇ ਕੈਪ ਦੀ ਫਾਰਮ 'ਚ ਬਣਾਉਣਾ ਸੀ ਜਦੋਂ ਅਸੀਂ ਪਲੇਨ ਪੋਲਰ ਸਿਸਟਮ ਪੜ੍ਹ ਰਹੇ ਸੀਗੇ।
ਤਾਂ ਅਗਰ ਹੁਣ ਗੱਲ ਕਰੀਏ ਆਰ ਵੈਕਟਰ ਦੀ, ਤਾਂ ਆਰ ਵੈਕਟਰ ਤਾਂ ਸਾਡੇ ਕੋਲ ਆਲਰੇਡੀ ਸਾਨੂੰ ਪਤਾ ਹੀ ਹੈ, ਉਹ ਫਾਈਂਡ ਆਊਟ ਕਰ ਹੀ ਲਿਆ ਸੀ, ਜੋ ਕਿ ਹੈ ਆਪਣੇ ਕੋਲ ਆਰ cos ਥੀਟਾ ਆਈ ਕੈਪ ਪਲੱਸ ਆਰ ਸਾਈਨ ਥੀਟਾ ਜੇ ਕੈਪ। ਤੇ ਇਕੁਏਸ਼ਨ ਫਸਟ ਨੂੰ ਅਗਰ ਧਿਆਨ ਨਾਲ ਦੇਖੀਏ ਤਾਂ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਸਾਨੂੰ ਜ਼ਰੂਰਤ ਹੈ ਮੋਡੂਲਸ ਆਫ ਆਰ ਵੈਕਟਰ ਦੀ, ਜੋ ਸਾਡੇ ਕੋਲ ਕਿਸ ਦੇ ਬਰਾਬਰ ਆਵੇਗਾ, ਮੋਡੂਲਸ ਆਫ ਆਰ ਵੈਕਟਰ ਬਰਾਬਰ ਹੋਵੇਗਾ ਆਰ ਦੇ। ਤਾਂ ਫਸਟ ਇਕੁਏਸ਼ਨ ਦੇ ਵਿੱਚ ਆ ਸਾਡੇ ਕੋਲ ਸੈਕਿੰਡ ਤੇ ਥਰਡ ਇਕੁਏਸ਼ਨ ਦੀਆਂ ਦੋਨੇ ਵੈਲਿਊਜ਼ ਫਸਟ 'ਚ ਪੁੱਟ ਕਰ ਦਾਂਗੇ, ਤਾਂ ਸਾਡੇ ਕੋਲ ਆਰ ਕੈਪ ਕਿਹਦੇ ਇਕੁਅਲ ਆ ਜਾਵੇਗਾ, ਉਹ ਆਵੇਗਾ ਆਰ cos ਥੀਟਾ ਪਲੱਸ ਆਰ ਮਤਲਬ ਆਈ ਕੈਪ ਪਲੱਸ ਆਰ ਸਾਈਨ ਥੀਟਾ ਜੇ ਕੈਪ ਦੇ ਡਿਵਾਈਡ ਕਿਸ ਨਾਲ ਕਰ ਦਾਂਗੇ, ਆਰ ਨਾਲ। ਤਾਂ ਸਾਡੇ ਕੋਲ ਆਰ ਕੈਪ ਦੀ ਵੈਲਿਊ ਆ ਜੂ cos ਥੀਟਾ ਆਈ ਕੈਪ ਪਲੱਸ ਸਾਈਨ ਥੀਟਾ ਜੇ ਕੈਪ, ਜਿਸ ਨੂੰ ਅਸੀਂ ਯਾਦ ਰੱਖਣਾ ਹੈ, ਇਹ ਯਾਦ ਰੱਖਣਾ ਹੈ, ਇਹ ਯੂਜ਼ ਹੋਣੀ ਹੈ ਆਰ ਕੈਪ ਦੀ ਵੈਲਿਊ। ਹੁਣ ਅਸੀਂ ਫਾਈਂਡ ਆਊਟ ਕਰਾਂਗੇ ਥੀਟਾ ਕੈਪ। ਤਾਂ ਅਸੀਂ ਹੁਣ ਤੱਕ ਜੇ ਫਾਈਂਡ ਆਊਟ ਕਰ ਲਿਆ ਆਰ ਵੈਕਟਰ ਨੂੰ ਤੇ ਆਰ ਕੈਪ ਨੂੰ, ਆਰ ਦੀ ਡਾਇਰੈਕਸ਼ਨ ਨੂੰ ਵੀ ਫਾਈਂਡ ਆਊਟ ਕਰ ਲਿਆ। ਹੁਣ ਅਸੀਂ ਫਾਈਂਡ ਆਊਟ ਕਰਨਾ ਥੀਟਾ ਵੈਕਟਰ ਤੇ ਥੀਟਾ ਕੈਪ ਨੂੰ। ਸਭ ਤੋਂ ਪਹਿਲਾਂ ਗੱਲ ਕਰੀਏ ਥੀਟਾ ਦੀ, ਤਾਂ ਐਂਗਲ ਰਜੇ ਸਾਡੇ ਕੋਲ, ਅਸੀਂ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਸਪੋਜ਼ ਤੁਹਾਡੇ ਕੋਲ ਕੋਈ ਧਾਗਾ ਤੇ ਉਸ ਤੇ ਤੁਸੀਂ ਇੱਕ ਵੱਟਾ ਇੱਕ ਸਾਈਡ ਤੇ ਬੰਨ ਲਿਆ ਤੇ ਉਹਨੂੰ ਘੁਮਾਉਣਾ ਜਿਹੜਾ ਸ਼ੁਰੂ ਕਰ ਦਿੱਤਾ, ਤੇ ਜਦੋਂ ਤੁਸੀਂ ਉਸਨੂੰ ਘੁਮਾ ਰਹੇ ਹੋ ਤਾਂ ਰਜੇ ਉਸ ਦੀ ਜਿਹੜੀ ਮੋਸ਼ਨ ਦੀ ਟ੍ਰੈਜੈਕਟਰੀ ਆ ਉਹ ਤੁਹਾਨੂੰ ਜਿਹੜੀ ਹੈ ਸਰਕਲ ਦੇ ਰੂਪ ਦੇ ਵਿੱਚ ਨਜ਼ਰ ਆਵੇਗੀ, ਜਦੋਂ ਤੱਕ ਤੁਸੀਂ ਉਸ ਧਾਗੇ ਨੂੰ ਛੱਡ ਨਹੀਂ ਦਿੰਦੇ। ਕਹਿਣ ਦਾ ਮਤਲਬ ਹੈ ਤੁਸੀਂ ਜਦੋਂ ਉਸ ਵੱਟੇ ਦੀ ਜਿਹੜੀ ਹੈ ਡਾਇਰੈਕਸ਼ਨ ਫਾਈਂਡ ਆਊਟ ਕਰੋਗੇ, ਤਾਂ ਅਸੀਂ ਜਿਹੜੀ ਉਸ ਦੀ ਡਾਇਰੈਕਸ਼ਨ ਫਾਈਂਡ ਆਊਟ ਕਰਨ ਲਈ ਯੂਜ਼ ਕਰਦੇ ਹਾਂ ਟੇਂਜੈਂਟ ਨੂੰ। ਤਾਂ ਅਸੀਂ ਸਪੋਜ਼ ਆਹ ਪੁਆਇੰਟ ਪੀ ਤੇ ਜਿਹੜੀ ਡਾਇਰੈਕਸ਼ਨ ਦੱਸਣੀ ਹੈ ਥੀਟਾ ਜਿਹੜੀ ਡਾਇਰੈਕਸ਼ਨ ਹੈ ਉਹ ਅਸੀਂ ਫਾਈਂਡ ਆਊਟ ਕਰਨ ਲਈ ਕੀ ਕਰਾਂਗੇ, ਇਸ ਦੇ ਉੱਪਰ ਡਰਾ ਕਰ ਲਾਂਗੇ ਟੇਂਜੈਂਟ ਨੂੰ, ਠੀਕ ਹੈ ਜੀ। ਤਾਂ ਇਹ ਆਪਣੀ ਡਾਇਰੈਕਸ਼ਨ ਹੋਵੇਗੀ ਥੀਟਾ ਕੈਪ ਦੀ। ਤੇ ਜੇ ਹੁਣ ਗੱਲ ਕਰੀਏ ਰਜੇ ਸਪੋਜ਼ ਇਸ ਪੁਆਇੰਟ ਤੇ ਪਾਰਟੀਕਲ ਪਹੁੰਚ ਗਿਆ ਤੇ ਕਿਹਾ ਗਿਆ ਕਿ ਪਾਰਟੀਕਲ ਦੀ ਜਿਹੜੀ ਹੈ ਇਸ ਪੁਆਇੰਟ ਦੇ ਉੱਪਰ ਜਾ ਕੇ ਦੱਸੋ ਜਿਹੜੀ ਉਹ ਡਾਇਰੈਕਸ਼ਨ ਕੀ ਹੋਵੇਗੀ, ਤਾਂ ਅਸੀਂ ਕੀ ਕਰਾਂਗੇ, ਇੱਥੋਂ ਜਿਹੜਾ ਡਰਾ ਕਰਾਂਗੇ, ਕਿਹਨੂੰ ਡਰਾ ਕਰ ਦਾਂਗੇ, ਟੇਂਜੈਂਟ ਜਿਹੜੀ ਡਰਾ ਕਰ ਦਾਂਗੇ, ਕਿਉਂਕਿ ਟੇਂਜੈਂਟ ਜਿਹੜੀ ਹੈ ਸਾਨੂੰ ਉਹ ਕੀ ਦੱਸਦੀ ਹੈ, ਡਾਇਰੈਕਸ਼ਨ ਦੱਸਦੀ ਹੈ ਕਿਸੇ ਪਾਰਟੀਕਲ ਦੀ, ਜਦੋਂ ਪਾਰਟੀਕਲ ਮੂਵ ਕਰ ਰਿਹਾ ਸਰਕੂਲਰ ਪਾਥ ਦੇ ਵਿੱਚ। ਤਾਂ ਇਸ ਤਰ੍ਹਾਂ ਅਸੀਂ ਜਿਹੜਾ ਹੈ ਉਹਦੀ ਡਾਇਰੈਕਸ਼ਨ ਜਿਹੜੀ ਹੈ ਪਾਰਟੀਕਲ ਦੀ ਦੱਸ ਸਕਦੇ ਹਾਂ ਬਾਈ ਡਰਾਇੰਗ ਦਾ ਟੇਂਜੈਂਟ। ਹੁਣ ਜਿਹੜੀ ਅਸੀਂ ਟੇਂਜੈਂਟ ਡਰਾ ਕੀਤੀ ਹੈ ਥੀਟਾ ਕੈਪ ਹੈ, ਸਾਨੂੰ ਪਤਾ ਹੈ ਇਹਦੀ ਜਿਹੜੀ ਡਾਇਰੈਕਸ਼ਨ ਹੁੰਦੀ ਹੈ ਉਹ ਆਪਣੇ ਕੋਲ ਕੀ ਹੁੰਦੀ ਹੈ, ਟੈਂਜੈਂਸ਼ੀਅਲ ਹੁੰਦੀ ਹੈ। ਤੇ ਦੂਸਰੀ ਅਗਰ ਚੀਜ਼ ਤੁਸੀਂ ਨਜ਼ਰ ਆ ਰਹੀ ਹੋਵੇ ਤੇ ਜਿਹੜੀ ਥੀਟਾ ਕੈਪ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਪਰਪੈਂਡੀਕੂਲਰ ਹੈ ਆਰ ਕੈਪ ਦੇ। ਕਹਿਣ ਦਾ ਮਤਲਬ ਜਿਹੜੀ ਥੀਟਾ ਕੈਪ ਦੀ ਡਾਇਰੈਕਸ਼ਨ ਹੈ ਉਹ ਪਰਪੈਂਡੀਕੂਲਰ ਹੁੰਦੀ ਹੈ ਆਰ ਵੈਕਟਰ ਦੇ, ਆਰ ਵੈਕਟਰ ਦੀ ਡਾਇਰੈਕਸ਼ਨ ਦੇ ਪਰਪੈਂਡੀਕੂਲਰ ਹੁੰਦੀ ਹੈ ਥੀਟਾ ਵੈਕਟਰ ਦੀ ਡਾਇਰੈਕਸ਼ਨ। ਹੁਣ ਫਾਈਂਡ ਆਊਟ ਕਰਨਾ ਹੋਵੇ ਅਸੀਂ ਥੀਟਾ ਕੈਪ ਨੂੰ, ਤਾਂ ਥੀਟਾ ਕੈਪ ਦਾ ਜਿਹੜਾ ਮੋਡੂਲਸ ਹੈ ਉਹ ਸਾਨੂੰ ਪਤਾ ਹੈ ਬਰਾਬਰ ਹੋਊਗਾ ਥੀਟਾ ਦੇ, ਤੇ ਥੀਟਾ ਕੈਪ ਜਿਹੜਾ ਹੈ ਉਹ ਬਰਾਬਰ ਹੋਵੇਗਾ ਥੀਟਾ ਵੈਕਟਰ ਡਿਵਾਈਡਡ ਬਾਈ ਥੀਟਾ ਵੈਕਟਰ ਦਾ ਮੋਡੂਲਸ। ਤੇ ਥੀਟਾ ਵੈਕਟਰ ਦਾ ਮੋਡੂਲਸ ਸਾਨੂੰ ਪਤਾ ਹੈ ਬਰਾਬਰ ਹੈ ਥੀਟਾ ਦੇ। ਤੇ ਅਸੀਂ ਫਾਈਂਡ ਆਊਟ ਕਰਨਾ ਹੈ ਹੁਣ ਥੀਟਾ ਵੈਕਟਰ ਨੂੰ। ਥੀਟਾ ਵੈਕਟਰ ਜੇ ਸਾਡੇ ਕੋਲ ਆ ਗਿਆ ਤਾਂ ਇਹਦੀ ਵੈਲਿਊ ਇੱਥੇ ਸਬਸਟੀਟਿਊਟ ਕਰ ਦਾਂਗੇ, ਤਾਂ ਆਪਣੇ ਕੋਲ ਕੀ ਆ ਜਾਏਗਾ, ਥੀਟਾ ਕੈਪ ਆ ਜਾਏਗਾ, ਤੇ ਨਾਲ ਅਸੀਂ ਥੀਟਾ ਵੈਕਟਰ ਵੀ ਜਿਹੜਾ ਫਾਈਂਡ ਆਊਟ ਕਰ ਲਾਂਗੇ। ਤਾਂ ਹੁਣ ਥੀਟਾ ਵੈਕਟਰ ਕਿਸ ਤਰ੍ਹਾਂ ਫਾਈਂਡ ਆਊਟ ਕਰਨਾ ਹੈ, ਡਾਇਗਰਾਮ ਤੋਂ ਦੇਖਦੇ ਹਾਂ। ਡਾਇਗਰਾਮ ਦੇ ਵਿੱਚ ਅਗਰ ਧਿਆਨ ਦੇਈਏ ਤਾਂ ਰਾਜੇ ਸਪੋਜ਼ ਪੀ ਪੁਆਇੰਟ ਦੇ ਉੱਪਰ ਮੈਂ ਐਕਸ ਐਕਸਿਸ ਤੋਂ ਪੈਰਲਰ ਜਿਹੜੀ ਹੈ ਇਹ ਐਕਸ ਐਕਸਿਸ ਡਰਾ ਕਰ ਲਈ, ਤੇ ਪੀ ਪੁਆਇੰਟ ਤੋਂ ਜਿਹੜਾ ਹੈ ਮੈਂ ਰਾਜੇ ਉਹ ਸਪੋਜ਼ ਪਰਪੈਂਡੀਕੂਲਰ ਡਰਾ ਕਰ ਲਿਆ ਐਕਸ ਐਕਸਿਸ ਦੇ, ਜਿਸ ਨੂੰ ਅਸੀਂ ਕੀ ਕਹਿ ਦਿੱਤਾ, ਵਾਈ ਐਕਸਿਸ। ਤਾਂ ਹੁਣ ਆਪਣੇ ਕੋਲ ਐਕਸ ਐਕਸਿਸ ਪੀ ਪੁਆਇੰਟ ਤੇ ਅਸੀਂ ਡਰਾ ਕਰ ਲਈ, ਤੇ ਵਾਈ ਐਕਸਿਸ ਵੀ ਜਿਹੜੀ ਹੈ ਪੀ ਪੁਆਇੰਟ ਤੇ ਡਰਾ ਕਰ ਲਈ। ਜਿਹੜਾ ਆ ਐਂਗਲ ਹੈ ਆਪਣੇ ਕੋਲ ਥੀਟਾ ਵੈਕਟਰ, ਉਹ ਐਂਗਲ ਹੈ ਬਿਟਵੀਨ ਐਕਸ ਐਕਸਿਸ ਤੇ ਆਰ ਵੈਕਟਰ, ਤੇ ਜਿਹੜਾ ਆ ਐਂਗਲ ਹੋਊਗਾ ਥੀਟਾ ਕੈਪ ਤੇ ਵਾਈ ਐਕਸਿਸ ਦੇ ਵਿੱਚ, ਉਹ ਵੀ ਸਾਡੇ ਕੋਲ ਥੀਟਾ ਵੈਕਟਰ ਹੀ ਹੋਵੇਗਾ। ਕਿਸ ਤਰ੍ਹਾਂ ਉਹ ਦੇਖ ਲੈਂਦੇ ਹਾਂ ਰਾਜੇ। ਸਾਨੂੰ ਪਤਾ ਹੈ ਕਿ ਵਾਈ ਜਿਹੜੀ ਐਕਸਿਸ ਹੈ ਉਹ ਪਰਪੈਂਡੀਕੂਲਰ ਟੂ ਹੈ ਐਕਸ ਐਕਸਿਸ ਦੇ, ਤੇ ਸਾਨੂੰ ਇਹ ਵੀ ਪਤਾ ਹੈ ਕਿ ਜਿਹੜਾ ਥੀਟਾ ਕੈਪ ਹੈ ਉਹ ਪਰਪੈਂਡੀਕੂਲਰ ਟੂ ਕੀ ਹੈ, ਐਨ ਕੈਪ ਦੇ। ਤਾਂ ਇੱਥੇ ਸਾਡੇ ਕੋਲ ਇੱਕ ਨੋਟ ਹੈ, ਨੋਟ ਕੀ ਹੈ ਕਿ ਕਹਿੰਦੇ ਦਾ ਐਂਗਲ ਬਿਟਵੀਨ two lines, the angle between two lines is equal to angle between their perpendiculars। ਕਹਿੰਦੇ ਦੋ ਲਾਈਨਾਂ ਵਿਚਲਾ ਜਿਹੜਾ ਐਂਗਲ ਹੈ ਉਹ ਉਹੀ ਹੋਏਗਾ ਜੋ ਉਹਨਾਂ ਦੀ ਪਰਪੈਂਡੀਕੂਲਰ ਵਿੱਚ ਹੈ। ਹੁਣ ਵਾਈ ਐਕਸਿਸ ਦਾ ਪਰਪੈਂਡੀਕੂਲਰ ਕੌਣ ਹੈ, ਐਕਸ ਐਕਸਿਸ, ਤੇ ਥੀਟਾ ਕੈਪ ਦਾ ਪਰਪੈਂਡੀਕੂਲਰ ਕੌਣ ਹੈ, ਆਰ ਕੈਪ। ਤੇ ਐਕਸ ਐਕਸਿਸ ਤੇ ਥੀਟਾ ਕੈਪ ਦੇ ਵਿੱਚ ਐਂਗਲ ਕਿੰਨਾ ਹੈ, ਉਹ ਹੈਗਾ ਆਪਣੇ ਕੋਲ ਥੀਟਾ ਵੈਕਟਰ। ਤੇ ਇਹਦਾ ਮਤਲਬ ਵਾਈ ਐਕਸਿਸ ਤੇ ਥੀਟਾ ਕੈਪ ਦੇ ਵਿੱਚ ਵੀ ਜਿਹੜਾ ਐਂਗਲ ਹੈ ਉਹ ਕੀ ਹੋਵੇਗਾ, ਥੀਟਾ ਵੈਕਟਰ ਹੀ ਹੋਵੇਗਾ। ਹੁਣ ਅਸੀਂ ਫਾਈਂਡ ਆਊਟ ਕਰਨਾ ਹੈ ਥੀਟਾ ਵੈਕਟਰ ਨੂੰ ਤੇ ਥੀਟਾ ਕੈਪ ਨੂੰ। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਇਹ ਡਾਇਗਰਾਮ ਅਲੱਗ ਤੋਂ ਬਣਾ ਲਾਵਾਂਗੇ ਤਾਂ ਕਿ ਜਿਹੜਾ ਸਮਝਣਾ ਈਜ਼ੀ ਹੋ ਜੇ। ਥੀਟਾ ਵੈਕਟਰ ਨੂੰ ਫਾਈਂਡ ਆਊਟ ਕਰਨ ਲਈ ਅਸੀਂ ਉਹਨੂੰ ਕੀ ਕਰਾਂਗੇ, ਕੰਪੋਨੈਂਟ 'ਚ ਰਿਜ਼ੋਲਵ ਕਰ ਦੇਵਾਂਗੇ। ਥੀਟਾ ਜਿਹੜਾ ਐਕਸਿਸ ਨਾਲ ਬਣ ਰਿਹਾ ਉਸ ਐਕਸਿਸ ਦੀ ਸਾਈਡ ਸਾਡੀ ਜਿਹੜਾ ਕੰਪੋਨੈਂਟ ਹੋਵੇਗਾ ਉਹ ਹੋਵੇਗਾ ਥੀਟਾ cos ਥੀਟਾ ਜੇ ਕੈਪ, ਤੇ ਉਸ ਦੇ ਪਰਪੈਂਡੀਕੂਲਰ ਜਿਹੜਾ ਕੰਪੋਨੈਂਟ ਹੋਵੇਗਾ ਉਹ ਹੋਵੇਗਾ ਸਾਡੇ ਕੋਲ ਥੀਟਾ ਸਾਈਨ ਥੀਟਾ ਇਨਟੂ ਮਾਈਨਸ ਆਈ ਕੈਪ। ਤਾਂ ਸਾਡੇ ਕੋਲ ਥੀਟਾ ਜਿਹੜਾ ਵੈਕਟਰ ਆ ਉਹ ਕੰਪੋਨੈਂਟ 'ਚ ਰਿਜ਼ੋਲਵ ਹੋ ਕੇ ਕਿਉ ਦੀ ਵੈਲਿਊ ਆ ਗਈ, ਉਹ ਆ ਗਈ ਥੀਟਾ ਸਾਈਨ ਥੀਟਾ ਮਾਈਨਸ ਆਈ ਕੈਪ ਪਲੱਸ ਥੀਟਾ cos ਥੀਟਾ ਜੇ ਕੈਪ। ਤੇ ਇੱਥੋਂ ਸਾਡੇ ਕੋਲ ਥੀਟਾ ਕੈਪ ਦੀ ਵੈਲਿਊ ਜੋ ਹੈ ਉਹ ਬਰਾਬਰ ਹੈ ਥੀਟਾ ਵੈਕਟਰ ਡਿਵਾਈਡਡ ਬਾਈ ਥੀਟਾ ਵੈਕਟਰ ਦੇ ਮੋਡੂਲਸ ਦੀ। ਥੀਟਾ ਵੈਕਟਰ ਦੀ ਵੈਲਿਊ ਹੈ ਸਾਡੇ ਕੋਲ ਥੀਟਾ ਸਾਈਨ ਥੀਟਾ ਮਾਈਨਸ ਆਈ ਕੈਪ ਪਲੱਸ ਥੀਟਾ cos ਥੀਟਾ ਜੇ ਕੈਪ, ਜਿਸ ਨੂੰ ਅਸੀਂ ਡਿਵਾਈਡ ਕਰ ਦਾਂਗੇ
ਥੀਟਾ ਵੈਕਟਰ ਦੇ ਮੋਡੂਲਸ ਨਾਲ, ਤੇ ਥੀਟਾ ਵੈਕਟਰ ਮੋਡੂਲਸ ਦੀ ਵੈਲਿਊ ਸਾਡੇ ਕੋਲ ਹੈ ਥੀਟਾ। ਤਾਂ ਇੱਥੋਂ ਜੀ ਆਪਣੇ ਕੋਲ ਥੀਟਾ ਕੈਪ ਦੀ ਵੈਲਿਊ ਆ ਗਈ ਸਾਈਨ ਥੀਟਾ ਮਾਈਨਸ ਆਈ ਕੈਪ ਪਲਸ ਥੀਟਾ ਕੋਸ ਥੀਟਾ ਜੇ ਕੈਪ। ਤਾਂ ਸਾਡੇ ਕੋਲ ਦੋਨੇ ਵੈਲਿਊਜ਼ ਥੀਟਾ ਵੈਕਟਰ ਤੇ ਥੀਟਾ ਕੈਪ ਦੀਆਂ ਵੈਕਟਰ ਦੀਆਂ ਵੈਲਿਊ ਵੀ ਅਸੀਂ ਜਿਹੜੀਆਂ ਫਾਈਂਡ ਆਊਟ ਕਰ ਲਈਆਂ। ਸਭ ਤੋਂ ਪਹਿਲਾਂ ਅਸੀਂ ਫਾਈਂਡ ਆਊਟ ਕੀਤਾ ਆਰ ਵੈਕਟਰ ਨੂੰ, ਫਿਰ ਅਸੀਂ ਫਾਈਂਡ ਕੀਤਾ ਆਰ ਕੈਪ, ਫਿਰ ਅਸੀਂ ਫਾਈਂਡ ਕੀਤਾ ਥੀਟਾ ਵੈਕਟਰ, ਤੇ ਉਸ ਤੋਂ ਬਾਅਦ ਫਾਈਂਡ ਆਊਟ ਕੀਤਾ ਥੀਟਾ ਕੈਪ ਨੂੰ। ਤੇ ਜਿਹੜੀਆਂ ਇਹ ਚਾਰੇ ਵੈਲਿਊਜ਼ ਨੇ ਅਸੀਂ ਇਹਨਾਂ ਨੂੰ ਜਿਹੜਾ ਫਾਈਂਡ ਕੀਤਾ ਇਨ ਦਾ ਫਾਰਮ ਆਫ ਆਈ ਕੈਪ ਤੇ ਜੇ ਕੈਪ ਦੇ। ਦੋ ਐਗਜ਼ਾਮਪਲ ਨੇ ਸਾਡੇ ਕੋਲ। ਫਸਟ ਐਗਜ਼ਾਮਪਲ ਹੈ, ਕਹਿੰਦੇ ਕਿ ਪਾਰਟੀਕਲ ਮੂਵ ਕਰ ਰਿਹਾ XY ਪਲੇਨ ਦੇ ਵਿੱਚ, ਤੇ ਉਹਦੇ ਕੋਆਰਡੀਨੇਟਸ ਨੇ 3t, 4t ਸਕੁਅਰ, ਤੇ ਅਸੀਂ ਉਹਦਾ ਪੋਜੀਸ਼ਨ ਵੈਕਟਰ ਫਾਈਂਡ ਆਊਟ ਕਰਨਾ ਹੈ। ਤੇ ਸਾਨੂੰ ਪਤਾ ਹੈ ਪੋਜੀਸ਼ਨ ਵੈਕਟਰ ਫਾਈਂਡ ਆਊਟ ਕਰਨ ਦਾ ਤਰੀਕਾ ਕੀ ਹੈ, ਆਰ ਵੈਕਟਰ ਇਜ਼ ਇਕੁਅਲ ਟੂ ਐਕਸ ਆਈ ਕੈਪ ਪਲਸ ਵਾਈ ਜੇ ਕੈਪ ਦੇ ਇਕੁਅਲ। ਤੇ ਐਕਸ ਦੀ ਵੈਲਿਊ ਸਾਨੂੰ ਕਿੰਨੀ ਦੇ ਰੱਖੀ ਹੈ 3t, ਤੇ ਵਾਈ ਦੀ ਵੈਲਿਊ ਕਿੰਨੀ ਦੇ ਰੱਖੀ ਹੈ 4t ਸਕੁਅਰ, ਤੇ ਟਾਈਮ ਸਾਨੂੰ ਕਿੰਨਾ ਕਹਿ ਰੱਖਿਆ 1 ਸੈਕਿੰਡ। ਤੇ ਜਦੋਂ ਅਸੀਂ ਇਸ ਕੋਆਰਡੀਨੇਟ ਦੇ ਵਿੱਚ t1 ਪੁੱਟ ਕਰਾਂਗੇ ਤਾਂ ਸਾਡੇ ਕੋਲ ਕਿੰਨਾ ਆ ਜੂ 3, 4, ਤੇ x3 ਆ ਗਿਆ ਤੇ y 4। ਤਾਂ ਆਰ ਵੈਕਟਰ ਆਪਣੇ ਕੋਲ ਕਿੰਨਾ ਆ ਗਿਆ 3 ਆਈ ਕੈਪ ਪਲਸ 4 ਜੇ ਕੈਪ। ਤਾਂ ਇਹ ਫਸਟ ਐਗਜ਼ਾਮਪਲ ਸੀ। ਸੈਕਿੰਡ ਐਗਜ਼ਾਮਪਲ ਸਾਨੂੰ ਕਹਿੰਦੇ ਆ ਵੀ ਕੋਈ ਪਾਰਟੀਕਲ ਮੂਵ ਕਰ ਰਿਹਾ XY ਪਲੇਨ ਦੇ ਵਿੱਚ, ਤੇ ਉਹਦੇ ਕੋਆਰਡੀਨੇਟ ਦੇ ਰੱਖੇ ਨੇ 3t, 4t ਸਕੁਅਰ, ਤੇ ਅਸੀਂ ਹੁਣ ਇਸ ਟਾਈਮ ਕੀ ਫਾਈਂਡ ਆਊਟ ਕਰਨਾ r, ਥੀਟਾ। ਸਾਨੂੰ ਸਭ ਤੋਂ ਪਹਿਲਾਂ ਪਤਾ ਹੈ ਕਿ ਆਰ ਵੈਕਟਰ ਕਿਸ ਦੇ ਬਰਾਬਰ ਹੈ, ਉਹ ਬਰਾਬਰ ਹੈ 3t ਆਈ ਕੈਪ ਪਲਸ 4t ਸਕੁਅਰ ਜੇ ਕੈਪ ਦੇ, ਤੇ ਟਾਈਮ ਕਿੰਨਾ ਦੇ ਰੱਖਿਆ 1 ਸੈਕਿੰਡ। ਤਾਂ ਆਪਣੇ ਕੋਲ ਕੀ ਬਣ ਜਾਏਗਾ 3 ਆਈ ਕੈਪ ਪਲਸ 4 ਜੇ ਕੈਪ। ਹੁਣ ਅਸੀਂ ਫਾਈਂਡ ਆਊਟ ਕਰਨਾ ਆਰ ਤੇ ਥੀਟਾ। ਸਾਨੂੰ ਪਤਾ ਹੈ ਆਰ ਕਿਸ ਤਰ੍ਹਾਂ ਫਾਈਂਡ ਆਊਟ ਕਰ ਸਕਦੇ ਹਾਂ, ਆਰ ਬਰਾਬਰ ਹੁੰਦਾ ਸਕੁਅਰ ਰੂਟ ਆਫ ਐਕਸ ਸਕੁਅਰ ਪਲਸ ਵਾਈ ਸਕੁਅਰ ਦੇ ਇਕੁਅਲ। ਤੇ ਜੇ ਅਸੀਂ ਆਰ ਜਿਹੜਾ ਫਾਈਂਡ ਆਊਟ ਕਰਨਾ, ਸਾਨੂੰ ਪਤਾ ਹੈ ਆਰ ਵੈਕਟਰ ਦਾ ਅਗਰ ਅਸੀਂ ਮੋਡੂਲਸ ਕਰ ਦਾਂਗੇ ਤਾਂ ਸਾਡੇ ਕੋਲ ਕੀ ਆ ਜਾਊਗਾ ਸਕੁਅਰ ਰੂਟ ਆਫ ਐਕਸ ਸਕੁਅਰ, ਐਕਸ ਆਪਣੇ ਕੋਲ ਕਿੰਨਾ 3 ਪਲਸ ਸਕੁਅਰ ਰੂਟ ਆਫ ਵਾਈ ਸਕੁਅਰ। ਤਾਂ ਆਪਣੇ ਕੋਲ ਆਨਸਰ ਕਿੰਨਾ ਆ ਗਿਆ ਸਕੁਅਰ ਰੂਟ ਆਫ 25, ਜਿਸ ਨੂੰ ਅਸੀਂ ਕੀ ਲਿਖ ਸਕਦੇ ਹਾਂ 5। ਹੁਣ ਅਸੀਂ ਫਾਈਂਡ ਆਊਟ ਕਰਨਾ ਥੀਟਾ। ਥੀਟਾ ਬਰਾਬਰ ਹੁੰਦਾ ਟੈਨ ਇਨਵਰਸ ਵਾਈ ਅਪੋਨ ਐਕਸ ਦੇ। ਤਾਂ ਆਪਣੇ ਕੋਲ ਵਾਈ ਕਿੰਨਾ ਇਸ ਕੇਸ ਦੇ ਵਿੱਚ, ਵਾਈ ਹੈ 4 ਤੇ ਐਕਸ ਹੈ 3। ਤਾਂ ਆਪਣੇ ਕੋਲ ਕਿੰਨਾ ਆ ਗਿਆ ਟੈਨ ਇਨਵਰਸ 4 ਅਪੋਨ 3, ਤੇ ਇਹ ਆਪਣੇ ਕੋਲ ਆ ਗਿਆ ਥੀਟਾ। ਤਾਂ ਇਹ ਆਪਣੇ ਕੋਲ ਆ ਗਿਆ ਆਰ ਦੀ ਵੈਲਿਊ 5, ਤੇ ਇਹ ਆ ਗਈ ਆਪਣੇ ਕੋਲ ਥੀਟਾ, ਜਿਸ ਦੀ ਵੈਲਿਊ ਟੈਨ ਇਨਵਰਸ π/4 ਆ ਗਈ। ਤਾਂ ਹੁਣ ਤੱਕ ਅਸੀਂ ਪੜ੍ਹਿਆ ਕਿ ਪਲੇਨ ਪੋਲਰ ਕੋਆਰਡੀਨੇਟਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਜਿਹੜਾ ਹੈ ਉਹ ਪੋਜੀਸ਼ਨ ਵੈਕਟਰ ਫਾਈਂਡ ਆਊਟ ਕਰ ਸਕਦੇ ਹਾਂ, ਕਿਸ ਤਰ੍ਹਾਂ ਪਲੇਨ ਪੋਲਰ ਕੋਆਰਡੀਨੇਟਸ ਦੇ ਵਿੱਚ ਅਸੀਂ ਕਿਸੇ ਪੁਆਇੰਟ ਨੂੰ ਜਿਹੜਾ ਲੋਕੇਟ ਕਰ ਸਕਦੇ ਹਾਂ। ਤੇ ਅਸੀਂ ਕਿਹਾ ਉਸ ਪੁਆਇੰਟ ਦੇ ਜਿਹੜੇ ਕੋਆਰਡੀਨੇਟਸ ਨੇ ਉਹ ਹੋਣਗੇ ਆਰ ਤੇ ਥੀਟਾ, ਤੇ ਅਸੀਂ ਆਰ ਤੇ ਥੀਟਾ ਫਾਈਂਡ ਆਊਟ ਕਰ ਲਿਆ ਪੋਜੀਸ਼ਨ ਵੈਕਟਰ, ਤੇ ਅਸੀਂ ਫਾਈਂਡ ਆਊਟ ਕਰ ਲਿਆ ਐਂਗੂਲਰ ਵੈਕਟਰ, ਤੇ ਦੋਨਾਂ ਦੇ ਜਿਹੜੇ ਨੇ ਡਾਇਰੈਕਸ਼ਨਸ ਵੀ ਅਸੀਂ ਫਾਈਂਡ ਆਊਟ ਕਰ ਲਈਆਂ। ਤਾਂ ਟੋਟਲ 4 ਜਿਹੜੀਆਂ ਸਾਡੇ ਕੋਲ ਇਕੁਏਸ਼ਨਸ ਆ ਗਏ ਜਿਨ੍ਹਾਂ ਨੂੰ ਅਸੀਂ ਯਾਦ ਰੱਖਣਾ ਹੈ। ਹੁਣ ਗੱਲ ਕਰਦੇ ਹਾਂ ਡਿਸਪਲੇਸਮੈਂਟ, ਵੈਲੋਸਿਟੀ ਤੇ ਐਸਲਰੇਸ਼ਨ ਦੀ। ਗੱਲ ਕਰੀਏ ਡਿਸਪਲੇਸਮੈਂਟ ਦੀ, ਤਾਂ ਸਾਨੂੰ ਪਤਾ ਹੈ ਕੋਈ ਵੀ ਪਾਰਟੀਕਲ ਸਪੋਜ਼ P ਹੈ, ਉਹ ਜਿਹੜਾ ਹੈ ਡਿਸਪਲੇਸ ਕਰ ਰਿਹਾ ਆਪਦੀ P ਪੋਜੀਸ਼ਨ ਤੋਂ, ਸਪੋਜ਼ ਉਹ ਡਿਸਪਲੇਸ ਕਰਕੇ ਪਹੁੰਚ ਗਿਆ P ਡੈਸ਼ ਤੇ। ਤੇ ਸਾਨੂੰ ਪਤਾ ਹੈ ਰਾਜੇ ਜਦੋਂ ਪਾਰਟੀਕਲ ਡਿਸਪਲੇਸ ਕਰਦਾ ਹੈ ਤਾਂ ਉਦੋਂ ਉਹਦੀ ਕੀ ਹੁੰਦੀ ਹੈ ਡਾਇਰੈਕਸ਼ਨ ਹੁੰਦੀ ਹੈ। ਲੇਕਿਨ ਅਸੀਂ ਹੁਣ ਕੀ ਪੜ੍ਹ ਰਹੇ ਹਾਂ ਪਲੇਨ ਪੋਲਰ ਕੋਆਰਡੀਨੇਟ, ਤੇ ਪਲੇਨ ਪੋਲਰ ਕੋਆਰਡੀਨੇਟਸ ਦੇ ਵਿੱਚ ਡਿਸਪਲੇਸਮੈਂਟ ਦੀਆਂ ਕਿੰਨੀ ਡਾਇਰੈਕਸ਼ਨਸ ਹੋਣਗੀਆਂ, ਦੋ। ਇੱਕ ਡਾਇਰੈਕਸ਼ਨ ਹੋਵੇਗੀ ਆਰ ਵੈਕਟਰ ਕਰਕੇ ਜਾਂ ਆਰ ਕੈਪ ਕਰਕੇ, ਤੇ ਇੱਕ ਹੋਵੇਗੀ ਆਪਣੇ ਕੋਲ ਡਾਇਰੈਕਸ਼ਨ ਥੀਟਾ ਕੈਪ ਕਰਕੇ। ਤਾਂ ਇਹ ਚੀਜ਼ ਦਾ ਧਿਆਨ ਰੱਖਣਾ ਕਿ ਜਦੋਂ ਅਸੀਂ ਪਲੇਨ ਪੋਲਰ ਕੋਆਰਡੀਨੇਟ ਕਰ ਰਹੇ ਹਾਂ ਉਦੋਂ ਸਾਡੇ ਕੋਲ ਡਿਸਪਲੇਸਮੈਂਟ ਦੀਆਂ ਦੋ ਡਾਇਰੈਕਸ਼ਨਸ ਹੋਣਗੀਆਂ। ਇੱਕ ਡਾਇਰੈਕਸ਼ਨ ਹੋਵੇਗੀ ਆਰ ਕੈਪ ਕਰਕੇ, ਇੱਕ ਹੋਵੇਗੀ ਸਾਡੇ ਕੋਲ ਥੀਟਾ ਕੈਪ ਕਰਕੇ, ਕਿਉਂਕਿ ਉਹ ਕਿਸੇ ਐਂਗਲ ਤੇ ਮੂਵ ਕਰ ਰਿਹਾ ਪਲੇਨ ਪੋਲਰ ਕੋਆਰਡੀਨੇਟਸ ਦੇ ਵਿੱਚ। P ਪੁਆਇੰਟ ਤੋਂ ਲੈ ਕੇ P ਡੈਸ਼ ਤੱਕ ਜਿਹੜੀ ਡਿਸਪਲੇਸਮੈਂਟ ਹੈ ਅਸੀਂ ਉਹਨੂੰ ਰਿਪਰੈਜ਼ੈਂਟ ਕਰਦੇ ਹਾਂ ਰਾਜੇ, ਸਾਨੂੰ ਪਤਾ ਹੈ ਐਰੋ ਦੇ ਨਾਲ। ਜਿਸ ਤਰ੍ਹਾਂ ਅਸੀਂ ਲਾਸਟ ਕਾਰਟੀਜ਼ਨ ਕੋਆਰਡੀਨੇਟ ਸਿਸਟਮ ਦੇ ਵਿੱਚ ਰਿਪਰੈਜ਼ੈਂਟ ਕੀਤਾ, ਉਸੇ ਤਰ੍ਹਾਂ ਹੀ ਅਸੀਂ P ਡੈਸ਼ ਨੂੰ ਜਿਹੜਾ ਹੈ ਉਹ ਸਾਡੇ ਕੋਲ ਕੀ ਹੈ ਡਿਸਪਲੇਸਮੈਂਟ ਹੈ। ਤੇ ਡਿਸਪਲੇਸਮੈਂਟ ਨੂੰ ਸਪੋਜ਼ ਅਸੀਂ ਕੀ ਅਜ਼ਿਊਮ ਕਰ ਲਿਆ, ਅਸੀਂ ਅੱਜ ਕਿਹਾ ਵੀ ਡਿਸਪਲੇਸਮੈਂਟ ਸਾਡੇ ਕੋਲ ਕੀ ਹੈ, ਉਹ ਹੈ ਆਪਣੇ ਕੋਲ dr ਵੈਕਟਰ। ਤਾਂ ਇੱਥੇ ਡਿਸਪਲੇਸਮੈਂਟ ਜੋ ਹੈ ਜਿਹਨੂੰ ਅਸੀਂ P ਡੈਸ਼ ਕਿਹਾ, ਡਿਸਪਲੇਸਮੈਂਟ ਜੋ ਕਿ ਸਾਡੇ ਕੋਲ ਹੈ P ਡੈਸ਼, ਉਹਨੂੰ ਅਸੀਂ ਕੀ ਮੰਨ ਲਿਆ dr ਵੈਕਟਰ ਨਾਮ ਦੇ ਦਿੱਤਾ। ਤੇ ਸਾਡੇ ਕੋਲ ਜਿਹੜਾ O ਤੋਂ ਲੈ ਕੇ P ਤੱਕ ਸਾਡਾ ਪੋਜੀਸ਼ਨ ਵੈਕਟਰ ਹੋਵੇਗਾ, O ਤੋਂ ਲੈ ਕੇ P ਤੱਕ ਸਾਡਾ ਜੋ ਪੋਜੀਸ਼ਨ ਵੈਕਟਰ ਹੈ ਉਹ ਸਾਡਾ ਉਹਨੂੰ ਕੀ ਨਾਮ ਦੇ ਦਿੱਤਾ ਸਪੋਜ਼, ਉਹਨੂੰ ਅਸੀਂ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ, ਇਹ ਸਾਡੇ ਕੋਲ ਆ ਗਿਆ OP ਡੈਸ਼, ਪੋਜੀਸ਼ਨ ਵੈਕਟਰ ਹੈ ਸਾਡੇ ਕੋਲ P ਡੈਸ਼ ਪੁਆਇੰਟ ਦਾ। ਤਾਂ ਜੇ ਸਾਨੂੰ ਪਤਾ ਹੈ ਇਹ ਆਪਣੇ ਕੋਲ ਕਿੰਨਾ ਹੈ ਆਰ ਡੈਸ਼, ਆਰ ਵੈਕਟਰ ਹੈ ਸਾਡੇ ਕੋਲ O ਤੋਂ ਲੈ ਕੇ P ਤੱਕ ਜਿਹੜਾ ਡਿਸਟੈਂਸ ਹੈ, ਜਾਂ ਫਿਰ ਕਹਿ ਦਈਏ P ਪੁਆਇੰਟ ਦਾ ਜਿਹੜਾ ਪੋਜੀਸ਼ਨ ਵੈਕਟਰ ਸਾਡੇ ਕੋਲ ਆਰ ਵੈਕਟਰ ਹੈ, ਤੇ P ਡੈਸ਼ ਦਾ ਜਿਹੜਾ ਡਿਸਪਲੇਸਮੈਂਟ ਆ ਉਹਨੂੰ ਅਸੀਂ ਰਿਪਰੈਜ਼ੈਂਟ ਕੀਤਾ dr ਵੈਕਟਰ ਦੇ ਨਾਲ। ਤੇ ਸਾਨੂੰ ਪਤਾ ਹੈ ਕਿ ਅਸੀਂ ਟ੍ਰਾਇੰਗਲ ਲਾ ਦੀ ਅਗਰ ਵਰਤੋਂ ਕਰੀਏ ਤਾਂ ਟ੍ਰਾਇੰਗਲ ਲਾ ਦੀ ਵਰਤੋਂ ਦੇ ਨਾਲ ਜਿਹੜਾ ਸਾਡੇ ਕੋਲ OP ਡੈਸ਼ ਆ ਜਾਊਗਾ, ਉਹ ਆ ਜਾਊਗਾ ਆਰ ਵੈਕਟਰ ਪਲਸ dr ਵੈਕਟਰ ਦੇ ਇਕੁਅਲ। ਮੈਂ ਕੀ ਕੀਤਾ ਰਾਜੇ, ਮੈਂ ਜਿਹੜਾ ਪੁਆਇੰਟ P ਹੈ ਉਸ P ਪੁਆਇੰਟ ਤੋਂ ਡਰਾ ਕਰ ਦਿੱਤਾ ਪਰਪੈਂਡੀਕੂਲਰ ਕਿਸ ਤੇ, ਇਸ ਲਾਈਨ ਦੇ ਉੱਪਰ, ਤੇ ਜਿਹਨੂੰ ਮੈਂ ਨਾਮ ਦੇ ਦਿੱਤਾ PN। ਹਾਂਜੀ ਸਟੂਡੈਂਟਸ, ਤਾਂ ਮੈਂ ਅਲੱਗ ਤੋਂ ਡਾਇਗਰਾਮ ਬਣਾ ਲਈਏ ਤਾਂ ਕਿ ਸਾਨੂੰ ਜਿਹੜਾ ਸਮਝ ਆ ਸਕੇ ਈਜ਼ੀਲੀ। ਤਾਂ ਮੈਂ ਕੀ ਕੀਤਾ ਰਾਜੇ, ਜਿਹੜਾ PN ਪਰਪੈਂਡੀਕੂਲਰ ਡਰਾ ਕੀਤਾ ਹੈ ਮੈਂ
ਪੀ ਡੈਸ਼ ਤੇ ਜਿਹੜਾ ਪੀ ਐਨ ਹੈ ਰਾਜੇ ਉਹ ਹੈ ਆਪਣੇ ਕੋਲ ਥੀਟਾ ਕੈਪ ਦੇ ਅਲੋਂਗ। ਜਿਹੜਾ ਥੀਟਾ ਕੈਪ ਇਹ ਥੀਟਾ ਕੈਪ ਹੈ, ਮੈਂ ਇਹਨੂੰ ਓਰੀਜਨ ਦੇ ਉੱਪਰ ਸੇਮ ਹੀ ਡਾਇਰੈਕਸ਼ਨ ਦੇ ਵਿੱਚ ਰਿਪਰੈਜ਼ੈਂਟ ਕਰ ਦਿੱਤਾ ਤਾਂ ਕਿ ਸਮਝਣਾ ਸੌਖਾ ਹੋਵੇ। ਸਾਡੇ ਕੋਲ ਜਿਹੜਾ ਪੀ ਐਨ ਪਰਪੈਂਡੀਕੂਲਰ ਹੈ ਉਹਦੀ ਡਾਇਰੈਕਸ਼ਨ ਜੋ ਹੈ ਸਾਡੀ ਥੀਟਾ ਕੈਪ ਦੇ ਅਲੋਂਗ ਹੈ। ਉਹ ਥੀਟਾ ਕੈਪ ਜਿਹੜੀ ਡਿਸਪਲੇਸਮੈਂਟ ਆ ਉਹਨੂੰ ਦੱਸ ਰਿਹਾ, ਤੇ ਸਾਡੇ ਕੋਲ ਪੀ ਐਨ ਜਿਹੜਾ ਹੈ ਉਹ ਬਰਾਬਰ ਆ ਜਾਊਗਾ ਆਰ ਡੀ ਥੀਟਾ ਕੈਪ ਦੀ। ਜੋ ਡੀ ਥੀਟਾ ਹੈ ਰਾਜੇ ਉਹ ਹੈ ਆਪਾਂ ਜਦੋਂ ਪੀ ਤੋਂ ਪੀ ਡੈਸ਼ ਵੱਲ ਗਏ ਤਾਂ ਉਹ ਸਮਾਲ ਡਿਸਪਲੇਸਮੈਂਟ ਲਈ ਜਦੋਂ ਸਮਾਲ ਐਂਗਲ ਡਿਸਪਲੇਸਮੈਂਟ ਹੋਈ ਹੈ ਉਹਨੂੰ ਰਿਪਰੈਜ਼ੈਂਟ ਕਰ ਰਿਹਾ। ਤਾਂ ਇੱਥੇ ਜਿਹੜੀ ਸਭ ਤੋਂ ਫਸਟ ਜਿਹੜੀ ਡਾਇਰੈਕਸ਼ਨ ਹੈ ਡਿਸਪਲੇਸਮੈਂਟ ਦੀ ਉਹ ਆ ਗਈ ਹੈ, ਉਹ ਹੈ ਸਾਡੇ ਕੋਲ ਪੀ ਐਨ। ਸੈਕੰਡ ਜਿਹੜੀ ਸਾਡੇ ਕੋਲ ਡਾਇਰੈਕਸ਼ਨ ਹੈ ਜੀ ਉਹ ਹੈ ਆਪਣੇ ਕੋਲ ਐਨ ਪੀ ਡੈਸ਼। ਜਿਹੜੀ ਐਨ ਪੀ ਡੈਸ਼ ਡਿਸਪਲੇਸਮੈਂਟ ਹੈ, ਐਨ ਪੀ ਡੈਸ਼ ਆ ਡਿਸਪਲੇਸਮੈਂਟ ਹੈ, ਇਹ ਡਿਸਪਲੇਸਮੈਂਟ ਹੈ ਸਾਡੀ ਆਰ ਕੈਪ ਦੇ ਅਲੋਂਗ। ਤਾਂ ਇਸੇ ਕਰਕੇ ਆਪਣੇ ਕੋਲ ਦੋ ਡਿਸਪਲੇਸਮੈਂਟ ਦੀਆਂ ਡਾਇਰੈਕਸ਼ਨ ਨੇ, ਇੱਕ ਥੀਟਾ ਕੈਪ ਤੇ ਇੱਕ ਆਰ ਕੈਪ। ਜਿਹੜੀ ਡਿਸਪਲੇਸਮੈਂਟ ਹੈ ਜੀ ਉਹ ਰਿਲੇਸ਼ਨਸ਼ਿਪ ਹੈ ਪੀ ਐਨ ਤੇ ਐਨ ਪੀ ਡੈਸ਼ ਦੇ ਵਿੱਚ। ਕਿਸ ਤਰ੍ਹਾਂ ਆਪਾਂ ਲਿਖ ਕੇ ਦੇਖ ਸਕਦੇ ਹਾਂ ਕਿ ਸਾਡੇ ਕੋਲ ਡਿਸਪਲੇਸਮੈਂਟ ਜਿਹੜੀ ਟੀ ਆਰ ਆ ਗਈ ਉਹ ਬਰਾਬਰ ਹੈ ਡੀ ਆਰ ਕੈਪ ਪਲਸ ਆਰ ਡੀ ਥੀਟਾ ਕੈਪ ਦੇ। ਤਾਂ ਇਹ ਆਪਣੇ ਕੋਲ ਆ ਗਿਆ ਰਿਲੇਸ਼ਨ ਆਫ ਡਿਸਪਲੇਸਮੈਂਟ ਇਨ ਪਲੇਨ ਪੋਲਰ ਕੋਆਰਡੀਨੇਟ ਸਿਸਟਮ। ਤੇ ਜੇ ਗੱਲ ਕਰੀਏ ਵੈਲੋਸਿਟੀ ਦੀ ਤਾਂ ਸਾਡੇ ਕੋਲ ਵੈਲੋਸਿਟੀ ਕਿਸ ਤਰ੍ਹਾਂ ਜਾਏਗੀ। ਬੀ ਪਾਰਟ ਸਾਡੇ ਕੋਲ ਕੀ ਹੈ ਵੈਲੋਸਿਟੀ ਦਾ। ਤਾਂ ਵੈਲੋਸਿਟੀ ਕਿਸ ਤਰ੍ਹਾਂ ਲਿਖ ਸਕਦੇ ਹਾਂ, ਸਾਨੂੰ ਪਤਾ ਹੈ ਜਦੋਂ ਕੋਈ ਵੀ ਪਾਰਟੀਕਲ ਮੂਵ ਕਰਦਾ ਹੈ ਡਿਸਪਲੇਸਮੈਂਟ ਹੁੰਦੀ ਹੈ ਕਿਸੇ ਡਾਇਰੈਕਸ਼ਨ ਦੇ ਵਿੱਚ, ਤਾਂ ਇਨ ਸਮਾਲ ਇੰਟਰਵਲ ਆਫ ਟਾਈਮ ਸਪੋਜ਼ ਡੀ ਟੀ। ਤਾਂ ਸਾਡੇ ਕੋਲ ਜਿਹੜੀ ਵੈਲੋਸਿਟੀ ਹੈ ਵੈਲੋਸਿਟੀ ਬਰਾਬਰ ਹੁੰਦੀ ਹੈ ਜੇ ਉਹ ਹੁੰਦੀ ਹੈ ਡੀ ਆਰ ਅਪੋਨ ਡੀ ਟੀ ਦੇ। ਤੇ ਆਪਾਂ ਨੂੰ ਪਤਾ ਜਿਹੜਾ ਆਪਣੇ ਕੋਲ ਡੀ ਆਰ ਹੈ ਡਿਸਪਲੇਸਮੈਂਟ ਹੈ ਫਰੋਮ ਫਸਟ ਇਕੁਏਸ਼ਨ, ਉਹ ਸਾਡੇ ਕੋਲ ਕਿੰਨਾ ਆ ਜਾਵੇਗਾ ਅਗਰ ਉਹਨੂੰ ਡਿਵਾਈਡ ਕਰ ਦਈਏ ਡੀ ਟੀ ਦੇ ਨਾਲ। ਫਸਟ ਇਕੁਏਸ਼ਨ ਨੂੰ ਅਗਰ ਡੀ ਟੀ ਨਾਲ ਡਿਵਾਈਡ ਕਰ ਦਈਏ ਤਾਂ ਆਪਣੇ ਕੋਲ ਆ ਜਾਊਗਾ ਡੀ ਆਰ ਅਪੋਨ ਡੀ ਟੀ ਆਰ ਕੈਪ ਪਲਸ ਆਰ ਅਪੋਨ ਡੀ ਟੀ ਡੀ ਥੀਟਾ ਕੈਪ। ਤਾਂ ਇਹ ਆਪਣੇ ਕੋਲ ਕੀ ਆ ਗਈ ਵੈਲੋਸਿਟੀ ਆ ਗਈ ਪਲੇਨ ਪੋਲਰ ਕੋਆਰਡੀਨੇਟ ਸਿਸਟਮ ਦੇ ਵਿੱਚ, ਡੀ ਆਰ ਅਪੋਨ ਡੀ ਟੀ ਆਰ ਕੈਪ ਪਲਸ ਆਰ ਅਪੋਨ ਡੀ ਟੀ ਡੀ ਥੀਟਾ ਕੈਪ। ਇਹ ਆਪਣੇ ਕੋਲ ਵੈਲੋਸਿਟੀ ਇਨ ਪਲੇਨ ਪੋਲਰ ਕੋਆਰਡੀਨੇਟ। ਦੋ ਟਰਮਸ ਜਿਹੜੀਆਂ ਨੇ ਸਾਡੇ ਕੋਲ ਐਡ ਅਪ ਹੋ ਗਈਆਂ, ਇੱਕ ਹੈ ਆਪਣੇ ਕੋਲ ਡਿਸਪਲੇਸਮੈਂਟ, ਸੈਕਿੰਡ ਹੈ ਵੈਲੋਸਿਟੀ। ਡਿਸਪਲੇਸਮੈਂਟ ਸਾਡੇ ਕੋਲ ਆ ਗਈ ਡੀ ਆਰ ਕੈਪ ਪਲਸ ਡੀ ਥੀਟਾ ਕੈਪ ਆਰ ਦੇ, ਤੇ ਵੈਲੋਸਿਟੀ ਸਾਡੇ ਕੋਲ ਹੈ ਡੀ ਆਰ ਬਾਈ ਡੀ ਟੀ ਆਰ ਕੈਪ ਪਲਸ ਡੀ ਥੀਟਾ ਬਾਈ ਡੀ ਟੀ ਥੀਟਾ ਕੈਪ ਇਨਟੂ ਆਰ। ਵੈਲੋਸਿਟੀ ਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਆਰ ਡਾਟ ਆਰ ਕੈਪ ਪਲਸ ਥੀਟਾ ਕੈਪ ਇਨਟੂ ਆਰ। ਤੇ ਜਿਹੜਾ ਸਾਡੇ ਕੋਲ ਆਰ ਡਾਟ ਹੈ ਔਰ ਜੇ ਉਹ ਬਰਾਬਰ ਆਪਣੇ ਕੋਲ ਡੀ ਆਰ ਅਪੋਨ ਡੀ ਟੀ ਦੇ, ਤੇ ਜਿਹੜਾ ਥੀਟਾ ਡਾਟ ਹੈ ਉਹ ਬਰਾਬਰ ਆਪਣੇ ਕੋਲ ਡੀ ਥੀਟਾ ਅਪੋਨ ਡੀ ਟੀ ਦੇ। ਤਾਂ ਇੱਥੇ ਵੈਲੋਸਿਟੀ ਦੇ ਸਾਡੇ ਕੋਲ ਦੋ ਕੰਪੋਨੈਂਟ ਆ ਗਏ। ਜਿਹੜਾ ਆਰ ਡਾਟ ਹੈ ਇਹ ਸਾਡੇ ਕੋਲ ਹੈਗਾ ਰੇਡੀਅਲ ਕੰਪੋਨੈਂਟ ਆਫ ਵੈਲੋਸਿਟੀ, ਤੇ ਜਿਹੜਾ ਥੀਟਾ ਰਾਜੇ ਇਹ ਆਪਣੇ ਕੋਲ ਹੈਗਾ ਐਂਗੂਲਰ ਕੰਪੋਨੈਂਟ ਆਫ ਵੈਲੋਸਿਟੀ। ਤਾਂ ਵੈਲੋਸਿਟੀ ਦਾ ਜਿਹੜਾ ਫਾਰਮੂਲਾ ਹੈ ਉਹਦੇ ਵਿੱਚ ਅਸੀਂ ਡੀ ਆਰ ਬਾਈ ਡੀ ਟੀ ਦੀ ਜਗ੍ਹਾ ਆਰ ਡਾਟ ਤੇ ਡੀ ਥੀਟਾ ਦੀ ਜਗ੍ਹਾ ਡੀ ਥੀਟਾ ਅਪੋਨ ਡੀ ਟੀ ਦੀ ਜਗ੍ਹਾ ਥੀਟਾ ਡਾਟ ਵੀ ਲਿਖ ਸਕਦੇ ਹਾਂ। ਤਾਂ ਅਗਰ ਅਸੀਂ ਸਪੀਡ ਫਾਈਂਡ ਆਊਟ ਕਰਨੀ ਹੈ ਕਿਸੇ ਪਾਰਟੀਕਲ ਦੀ ਜੋ ਮੂਵ ਕਰ ਰਿਹਾ ਪਲੇਨ ਪੋਲਰ ਕੋਆਰਡੀਨੇਟ ਦੇ ਵਿੱਚ, ਤਾਂ ਰਾਜੇ ਸਪੀਡ ਜਿਹੜੀ ਫਾਈਂਡ ਆਊਟ ਕਰ ਸਕਦੇ ਹਾਂ ਉਹ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ ਵੈਲੋਸਿਟੀ ਕੰਪੋਨੈਂਟ ਦਾ ਮੋਡੂਲਸ ਫਾਈਂਡ ਆਊਟ ਕਰਕੇ। ਤਾਂ ਉਹ ਆਪਣੇ ਕੋਲ ਕਿੰਨਾ ਆ ਜੂ ਸਕੁਏਅਰ ਰੂਟ ਆਫ ਆਰ ਡਾਟ ਸਕੁਏਅਰ ਪਲਸ ਥੀਟਾ ਡਾਟ ਇਨਟੂ ਆਰ ਸਕੁਏਅਰ। ਜਿਹੜਾ ਸਾਡੇ ਕੋਲ ਇੱਥੇ ਇਹ ਥੀਟਾ ਡਾਟ ਇਨਟੂ ਆਰ ਹੈ ਜਿਸ ਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਪਲਸ ਥੀਟਾ ਡਾਟ ਇਨਟੂ ਆਰ ਥੀਟਾ ਕੈਪ। ਇਹ ਸਾਡੇ ਕੋਲ ਟਰਾਂਸਵਰਸ ਕੰਪੋਨੈਂਟ ਹੈ ਜੀ ਵੈਲੋਸਿਟੀ ਦਾ, ਟਰਾਂਸਵਰਸ ਕੰਪੋਨੈਂਟ ਹੈ ਸਾਡੇ ਕੋਲ ਵੈਲੋਸਿਟੀ ਦਾ, ਤੇ ਇਹਦੀ ਡਾਇਰੈਕਸ਼ਨ ਜਿਹੜੀ ਹੋਊਗੀ ਉਹ ਅਲੋਂਗ ਹੋਊਗੀ ਥੀਟਾ ਕੈਪ ਦੇ। ਤੇ ਜਿਹੜਾ ਆਰ ਡਾਟ ਹੈ ਇਹ ਆਪਣੇ ਕੋਲ ਰੇਡੀਅਲ ਕੰਪੋਨੈਂਟ ਹੈ ਜਿਸ ਦੀ ਡਾਇਰੈਕਸ਼ਨ ਕਿਸ ਦੇ ਅਲੋਂਗ ਹੋਊਗੀ ਆਰ ਕੈਪ ਦੀ। ਤੇ ਜਦੋਂ ਅਸੀਂ ਵੈਲੋਸਿਟੀ ਤੋਂ ਸਪੀਡ ਫਾਈਂਡ ਆਊਟ ਕਰਨੀ ਹੈ ਤਾਂ ਅਸੀਂ ਕੀ ਕਰ ਦਾਂਗੇ ਜਸਟ ਉਹਦਾ ਮੈਗਨੀਟਿਊਡ ਫਾਈਂਡ ਆਊਟ ਕਰ ਲਾਂਗੇ। ਤਾਂ ਮੈਗਨੀਟਿਊਡ ਫਾਈਂਡ ਆਊਟ ਕਰਕੇ ਸਾਡੇ ਕੋਲ ਕੀ ਆ ਜਾਊ ਵੈਲੋਸਿਟੀ ਆਫ ਪਾਰਟੀਕਲ ਆ ਜਾਊ ਪਲੇਨ ਪੋਲਰ ਕੋਆਰਡੀਨੇਟ ਦੇ ਵਿੱਚ। ਲਾਸਟ ਪਾਰਟ ਹੈ ਸਾਡੇ ਕੋਲ ਐਸਲਰੇਸ਼ਨ ਵੈਕਟਰ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ ਉਹ ਦੇਖ ਲੈਂਦੇ ਹਾਂ। ਸਾਨੂੰ ਪਤਾ ਐਸਲਰੇਸ਼ਨ ਸਾਡੇ ਕੋਲ ਕੀ ਹੈ ਚੇਂਜ ਆਫ ਰੇਟ ਆਫ ਵੈਲੋਸਿਟੀ। ਤਾਂ ਆਪਣੇ ਕੋਲ ਕੀ ਆ ਜਾਊਗਾ ਡੀ ਬਾਈ ਡੀ ਟੀ ਆਫ ਵੀ ਵੈਕਟਰ ਆਪਾਂ ਨੂੰ ਕਿੰਨਾ ਦੇ ਰੱਖਿਆ, ਉਹ ਦੇ ਰੱਖਿਆ ਆਰ ਡਾਟ ਆਰ ਕੈਪ ਪਲਸ ਥੀਟਾ ਡਾਟ ਥੀਟਾ ਕੈਪ ਇਨਟੂ ਆਰ ਦੇ। ਤਾਂ ਇੱਥੋਂ ਆਪਾਂ ਡਿਫਰੈਂਸ਼ੀਏਟ ਕਰਾਂਗੇ ਰਾਜੇ ਆ ਜਿਹੜਾ ਆਰ ਡਾਟ ਹੈ ਇਹ ਵੀ ਵਿਦ ਰਿਸਪੈਕਟ ਟੂ ਟਾਈਮ ਦੇ ਚੇਂਜ ਹੋ ਰਿਹਾ, ਤੇ ਜਿਹੜੀ ਉਹਦੀ ਡਾਇਰੈਕਸ਼ਨ ਹੈ ਉਹ ਵੀ ਟਾਈਮ ਦੇ ਨਾਲ ਚੇਂਜ ਹੋ ਰਹੀ ਹੈ। ਜਿਹੜਾ ਆਪਣੇ ਕੋਲ ਥੀਟਾ ਡਾਟ ਹੈ ਇਹ ਵੀ ਟਾਈਮ ਦੇ ਨਾਲ ਚੇਂਜ ਹੋ ਰਿਹਾ, ਤੇ ਥੀਟਾ ਕੈਪ ਵੀ ਚੇਂਜ ਹੋ ਰਿਹਾ, ਤੇ ਆਰ ਵੀ ਚੇਂਜ ਹੋ ਰਿਹਾ। ਤੇ ਇਹਨਾਂ ਵਿੱਚੋਂ ਕੋਈ ਵੀ ਜਿਹੜਾ ਕਾਂਸਟੈਂਟ ਨਹੀਂ ਹੈ, ਸਾਰੇ ਦੇ ਸਾਰੇ ਵੇਰੀਏਬਲ ਨੇ। ਤਾਂ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਇਹਨਾਂ ਦੀ ਕਰਾਂਗੇ ਪ੍ਰੋਡਕਟ ਰੂਲ ਲਗਾ ਕੇ ਡਿਫਰੈਂਸ਼ੀਏਸ਼ਨ ਕਰਾਂਗੇ। ਤਾਂ ਸਭ ਤੋਂ ਪਹਿਲਾਂ ਇਸ ਦੇ ਵਿੱਚ ਪ੍ਰੋਡਕਟ ਰੂਲ ਲਗਾ ਦਿੰਦੇ ਹਾਂ। ਤਾਂ ਆਪਣੇ ਕੋਲ ਕਿੰਨਾ ਆ ਗਿਆ ਫਸਟ ਫੰਕਸ਼ਨ ਦਾ ਅਸੀਂ ਮੰਨ ਲਓ ਡੈਰੀਵੇਟਿਵ ਕਰਤਾ ਤਾਂ ਉੱਤੇ ਬਣ ਗਿਆ ਆਰ ਡਬਲ ਡਾਟ ਤੇ ਆਰ ਕੈਪ ਐਜ਼ ਇਟ ਇਜ਼ ਪਲਸ ਫਿਰ ਫਸਟ ਐਜ਼ ਇਟ ਇਜ਼ ਰਹੂਗਾ, ਤੇ ਅਸੀਂ ਆਰ ਕੈਪ ਦਾ ਡੈਰੀਵੇਟਿਵ ਕਰਾਂਗੇ ਤਾਂ ਆ ਜਾਊ ਡੀ ਆਰ ਕੈਪ ਬਾਈ ਡੀ ਟੀ। ਫਿਰ ਉਸ ਤੋਂ ਬਾਅਦ ਜੇ ਇਹਨਾਂ ਦਾ ਤਿੰਨਾਂ ਟਰਮਸ ਦਾ ਜਿਹੜਾ ਡੈਰੀਵੇਟਿਵ ਕਰਾਂਗੇ ਉਹ ਆ ਜਾਊਗਾ ਆਪਣੇ ਕੋਲ ਪਲਸ ਫਸਟ ਦਾ ਡੈਰੀਵੇਟਿਵ ਕੀਤਾ ਤਾਂ ਆਪਣੇ ਕੋਲ ਆ ਜਾਊ ਥੀਟਾ ਡਬਲ ਡਾਟ, ਤੇ ਫਿਰ ਉਸ ਤੋਂ ਬਾਅਦ ਨਾਲ ਜਿਹੜੇ ਬਾਕੀ ਨੇ ਉਹਨਾਂ ਨੂੰ ਸੇਮ ਐਜ਼ ਇਟ ਇਜ਼ ਰਹਿਣ ਦਿੱਤਾ ਪਲਸ ਫਿਰ ਅਸੀਂ ਕੀ ਕਰਾਂਗੇ ਥੀਟਾ ਕੈਪ ਦਾ ਡੈਰੀਵੇਟਿਵ ਕਰਾਂਗੇ ਤਾਂ ਆਪਣੇ ਕੋਲ ਆ ਜਾਊ ਥੀਟਾ ਡਾਟ ਥੀਟਾ ਕੈਪ ਡੀ ਥੀਟਾ ਕੈਪ ਬਾਈ ਡੀ ਟੀ ਆਰ ਐਜ਼ ਇਟ ਇਜ਼ ਪਲਸ ਫਿਰ ਉਸ ਤੋਂ ਬਾਅਦ ਆਪਣੇ ਕੋਲ ਥੀਟਾ ਡਾਟ ਐਜ਼ ਇਟ ਇਜ਼ ਰਹਿ ਜੂ
ਥੀਟਾ ਕੈਪ ਵੀ ਐਜ਼ ਇਟ ਇਜ਼ ਰਹਿ ਜੂ ਅਤੇ ਆ ਜੂ dr/dt, ਜਿਸ ਨੂੰ ਅਸੀਂ r ਡੋਟ ਵੀ ਲਿਖ ਸਕਦੇ ਹਾਂ। ਤਾਂ ਰਾਜੇ ਹੁਣ ਆਪਣੇ ਕੋਲ ਕੁਝ ਟਰਮਸ ਇਹੋ ਜਿਹੀਆਂ ਨੇ ਜਿਹੜੀਆਂ ਕਿ ਸੋਲਵ ਨਹੀਂ ਹੋ ਪਈਆਂ, ਜਿਸ ਤਰ੍ਹਾਂ ਕਿ dr ਕੈਪ ਬਾਈ dt ਅਤੇ d ਥੀਟਾ ਕੈਪ ਬਾਈ dt। ਅਤੇ ਜਿਹੜੀ dr ਕੈਪ ਬਾਈ dt ਹੈ, ਸਾਨੂੰ ਪਤਾ ਹੈ r ਕੈਪ ਦੀ ਵੈਲਿਊ ਜਿਹੜੀ ਹੈ ਸਾਡੇ ਕੋਲ ਕਿਸ ਦੇ ਬਰਾਬਰ ਹੈ, ਉਹ ਬਰਾਬਰ ਹੈ cos ਥੀਟਾ ਆਈਟਾ ਪਲਸ ਸਾਈਨ ਥੀਟਾ j ਦੇ। ਤਾਂ ਜਦੋਂ dr ਕੈਪ ਬਾਈ dt ਸੋਲਵ ਕਰਾਂਗੇ ਅਤੇ ਫਿਰ ਉਸ ਤੋਂ ਬਾਅਦ ਅਸੀਂ ਸੋਲਵ ਕਰਾਂਗੇ d ਥੀਟਾ ਕੈਪ ਬਾਈ dt ਨੂੰ, ਅਤੇ ਥੀਟਾ ਕੈਪ ਦੀ ਵੈਲਿਊ ਆਪਣੇ ਕੋਲ ਕਿੰਨੀ ਹੈ ਮਾਈਨਸ ਸਾਈਨ ਥੀਟਾ ਆਈ ਕੈਪ ਪਲਸ cos ਥੀਟਾ j ਕੈਪ ਦੇ ਇਕੁਅਲ। ਅਤੇ ਜਦੋਂ ਅਸੀਂ ਰਾਜੇ ਸਾਰਾ ਕੁਝ ਕੈਲਕੂਲੇਟ ਕਰ ਲਾਂਗੇ, ਕਿਉਂਕਿ ਇਹ ਆਲਰੇਡੀ ਇੱਕ ਡੈਰੀਵੇਸ਼ਨ ਹੈ, ਅਗਰ ਅਸੀਂ ਇਹਨੂੰ ਕਰ ਲਾਂਗੇ ਤਾਂ ਡੈਰੀਵੇਸ਼ਨ ਕੰਪਲੀਟ ਜਿਹੜੀ ਆ ਉਹ ਕਾਫੀ ਲੈਂਥੀ ਹੋ ਜਾਵੇਗੀ। ਤਾਂ ਸਿੱਧੀ ਡਾਇਰੈਕਟ ਜਿਹੜੀ ਐਸਲਰੇਸ਼ਨ ਦੀ ਜਿਹੜੀ ਵੈਲਿਊ ਹੈ ਉਹ ਸਾਡੇ ਕੋਲ ਮੈਂ ਲਿਖ ਦਿੰਦਾ ਕਿੰਨੀ ਆ ਜਾਵੇਗੀ। ਤਾਂ ਐਸਲਰੇਸ਼ਨ ਦੀ ਜਿਹੜੀ ਵੈਲਿਊ ਹੈ ਆਪਣੇ ਕੋਲ ਆ ਜਾਏਗੀ a ਇਜ਼ ਇਕੁਅਲ ਟੂ r ਡਬਲ ਡਾਟ ਮਾਈਨਸ r ਥੀਟਾ ਡਾਟ ਸਕੇਅਰ ਇਨਟੂ r ਕੈਪ ਪਲਸ 2r ਡਾਟ ਥੀਟਾ ਡਾਟ ਪਲਸ r ਥੀਟਾ ਡਬਲ ਡਾਟ ਇਨਟੂ ਥੀਟਾ ਕੈਪ। ਜਿਹੜਾ ਰਾਜੇ ਆਹ ਪਾਰਟ ਆਪਣੇ ਕੋਲ r ਡਬਲ ਡਾਟ ਮਾਈਨਸ r ਥੀਟਾ ਡਾਟ ਸਕੇਅਰ ਵਾਲਾ ਪਾਰਟ ਹੈ, ਇਹ ਆਪਣੇ ਕੋਲ ਹੈਗਾ ar, ਜਿਸ ਨੂੰ ਅਸੀਂ ਰੈਡੀਕਲ ਐਸਲਰੇਸ਼ਨ ਦਾ ਨਾਮ ਦੇਵਾਂਗੇ। ਅਤੇ ਜਿਹੜਾ ਇਹ ਪਾਰਟ ਹੈ ਸਾਡੇ ਕੋਲ, ਇਹ ਆਪਣੇ ਕੋਲ ਹੈ ਟਰਾਂਸਵਰਸ ਐਸਲਰੇਸ਼ਨ। ਅਤੇ ਜੇ ਅਸੀਂ ਫਾਈਂਡ ਆਊਟ ਕਰਨਾ ਹੋਵੇ ਮੈਗਨੀਟਿਊਡ, ਤਾਂ ਉਹ ਬਰਾਬਰ ਹੋਊਗਾ ar ਸਕੇਅਰ ਪਲਸ a ਥੀਟਾ ਸਕੇਅਰ ਦੇ। ਤਾਂ ਇਸ ਤਰ੍ਹਾਂ ਅਸੀਂ ਜਿਹੜਾ ਐਸਲਰੇਸ਼ਨ, ਸਪੀਡ, ਵੈਲੋਸਿਟੀ ਅਤੇ ਡਿਸਪਲੇਸਮੈਂਟ ਫਾਈਂਡ ਆਊਟ ਕਰ ਸਕਦੇ ਹਾਂ ਕਿਸੇ ਵੀ ਪਾਰਟੀਕਲ ਦਾ ਇਨ ਪਲੇਨ ਪੋਲਰ ਕੋਆਰਡੀਨੇਟ। ਨੈਕਸਟ ਜਿਹੜਾ ਸਾਡਾ ਹੋਏਗਾ ਉਹ ਹੋਊਗਾ ਸਫੈਰੀਕਲ ਪੋਲਰ ਕੋਆਰਡੀਨੇਟ ਸਿਸਟਮ ਦੇ ਵਿੱਚ ਕਿਸ ਤਰ੍ਹਾਂ ਅਸੀਂ ਪਾਰਟੀਕਲ ਦੀ ਵੈਲੋਸਿਟੀ, ਐਸਲਰੇਸ਼ਨ, ਏਰੀਆ, ਵੋਲਿਊਮ ਫਾਈਂਡ ਕਰ ਸਕਦੇ ਹਾਂ। ਥੈਂਕ ਯੂ।